ਵਾਹਿਗੁਰੂ ਵਾਹਿ- ਵਾਹਿਗੁਰੂ ਵਾਹਿ- ਵਾਹਿਗੁਰੂ ਵਾਹਿ- ਵਾਹਿਗੁਰੂ ਵਾਹਿ- ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਵਾਹਿ- ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਗੁਰਮਤਿ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਆਗਮਨ ਪੁਰਬ, ਜੋ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਅਪ੍ਰੈਲ 1469 ਔਰ ਜਿਸ ਨੂੰ ਬਹੁਤ ਸਾਰੇ ਵਿਦਵਾਨਾਂ ਨੇ ਵੀ, ਭਾਈ ਕਰਮ ਸਿੰਘ ਹਿਸਟੋਰੀਅਨ ਨੇ ਕੱਤਕ ਕੇ ਵਿਸਾਖ ਦੀ ਪੂਰੀ ਪੁਸਤਕ ਲਿਖ ਕੇ ਇਹ ਗੱਲ ਸਾਡੀ ਝੋਲੀ ਵਿੱਚ ਪਾਈ ਕਿ ਸਤਿਗੁਰੂ ਜੀ ਦਾ ਪਾਵਨ ਆਗਮਨ ਪੁਰਬ 14 ਅਪ੍ਰੈਲ 1469 ਦਾ ਹੈ। ਸਤਿਗੁਰੂ ਜੀ ਦੇ ਪਾਵਨ ਆਗਮਨ ਪੁਰਬ ਖਾਲਸੇ ਦੀ ਸੰਪੂਰਨਤਾ ਦਾ ਦਿਹਾੜਾ, ਜਿਸ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਉੱਤੇ ਇੱਕ ਸਟੈਂਪ ਕਰ ਦਿੱਤੀ, ਮੋਹਰ ਲਾ ਦਿੱਤੀ, ਸਿੱਕੇ ਦੇ ਉੱਤੇ ਮੋਹਰ ਲਾ ਕੇ ਉਹਨੂੰ ਸੰਸਾਰ ਵਿੱਚ ਪ੍ਰਸਿੱਧਤਾ ਬਖਸ਼ ਦਿੱਤੀ। ਔਰ ਖਾਲਸਾ ਰੂਪੀ ਸਿੱਕਾ ਸੰਸਾਰ ਵਿੱਚ ਅੱਜ ਦੁਨੀਆ ਦੇ ਬਹੁਤਾਤ ਦੇਸ਼ਾਂ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਸਤਿਗੁਰੂ ਜੀ ਦੇ ਉਸ ਪਾਵਨ ਦਿਹਾੜੇ ਦੀ ਬਖਸ਼ੇ ਹੋਏ ਪਾਵਨ ਦਿਹਾੜਾ, ਸੰਪੂਰਨਤਾ ਦਾ ਦਿਹਾੜਾ, ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਔਰ ਗੁਰੂ ਅੱਗੇ ਅਰਦਾਸ ਹੈ, ਸਤਿਗੁਰੂ ਜੀ ਆਪ ਜੀ ਦੀਆਂ ਸਿੱਖਿਆ ਔਰ ਖਾਲਸੇ ਦੇ ਗੁਣ ਸਾਡੇ ਅੰਦਰ ਪ੍ਰਵੇਸ਼ ਕਰੋ, ਤਦ ਕਿ ਅਸੀਂ ਆਪ ਜੀ ਦੇ ਬਖਸ਼ੇ ਹੋਏ ਸਿਧਾਂਤਾਂ ਨੂੰ ਦੁਨੀਆ ਵਿੱਚ ਪ੍ਰਚਾਰ ਸਕੀਏ, ਪ੍ਰਸਾਰ ਸਕੀਏ, ਆਪਣੀ ਜ਼ਿੰਦਗੀ ਨੂੰ ਗੁਰੂ ਲੇਖੇ ਲਾ ਸਕੀਏ। ਸਤਿਗੁਰੂ ਜੀ ਅੱਗੇ ਅਰਦਾਸ, ਬੇਨਤੀ, ਪ੍ਰਾਰਥਨਾ ਹੈ। ਸਿੰਘ ਸਭਾ ਲਹਿਰ ਦਾ ਲੈਕਚਰ ਅਸੀਂ ਪਿੱਛੇ ਵਿਚਾਰਾਂ ਕਰ ਰਹੇ ਹਾਂ। 2 ਹਫ਼ਤਿਆਂ ਤੋਂ ਇਹ ਵਿਚਾਰ ਆਰੰਭ ਕੀਤੀ ਹੈ। ਪਿਛਲੇ ਹਫ਼ਤੇ ਅਖੀਰ ਦੇ ਉੱਤੇ ਅਸੀਂ ਜਾ ਕੇ ਸਿੰਘ ਸਭਾ ਲਹਿਰ ਨੇ ਕਿਹੜੇ ਨਿਯਮ ਬਣਾਏ, ਉਹ ਨਿਯਮਾਂ ਦੀ ਗੱਲ ਤੇ ਅਸੀਂ ਸਮਾਪਤੀ ਕੀਤੀ ਸੀ। ਲਾਸਟ ਜਿਹੜਾ ਸੀ ਵੀ ਆਪਣਾ ਪ੍ਰਚਾਰ ਕਰੋ, ਸਰਕਾਰ ਦੇ ਕੰਮਾਂ ਵਿੱਚ ਦਖਲ ਨਾ ਦਿਓ, ਨਾ ਹੀ ਸਰਕਾਰ ਦੀ ਵਿਰੋਧਤਾ ਦੀ ਨੀਤੀ ਰੱਖੋ, ਤਦ ਕਿ ਸਰਕਾਰਾਂ ਇਹਨਾਂ ਲਹਿਰਾਂ ਨੂੰ ਛੇਤੀ ਦਬਾ ਦਿੰਦੀਆਂ ਹਨ, ਖਤਮ ਕਰ ਦਿੰਦੀਆਂ ਹਨ। ਇਹ ਨਿਯਮ ਜਿਹੜੇ ਸਿੰਘ ਸਭਾ ਲਹਿਰ ਦੇ ਆਖਰ ਤੱਕ, ਜਦੋਂ ਤੱਕ ਇਹ ਲਹਿਰ ਚੱਲਦੀ ਰਹੀ, ਇਹ ਨਿਯਮ ਵੀ ਨਾਲ ਨਾਲ ਹੀ ਚੱਲਦੇ ਰਹੇ। ਅੱਜ ਅਸੀਂ ਇਸ ਤੋਂ ਅਗਲੀ ਵਿਚਾਰ ਕਰਦੇ ਹਾਂ। ਸਿੰਘ ਸਭਾ ਲਹਿਰ ਨੂੰ ਪੱਕੇ ਪੈਰਾਂ ਤੇ ਕਰਨ ਲਈ ਇਸ ਦੇ ਮੋਢੀਆਂ ਦਾ ਧਿਆਨ ਸਿੱਖਾਂ ਦੀ ਵਿਦਿਅਕ ਉੱਨਤੀ ਵਾਲੇ ਪਾਸੇ 'ਚ। ਵਿਦਿਆ ਦੇ ਪੱਖ ਤੋਂ ਸਿੱਖ ਕੌਮ ਨੂੰ ਕਿਵੇਂ ਜਾਗਰਤ ਕੀਤਾ ਜਾ ਸਕਦਾ ਹੈ। ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਉਹ ਕੌਮ ਜਿਹੜੀ ਗੁਰੂ ਕਾਲ ਦੇ ਵੇਲੇ ਬਿਲਕੁਲ ਪੜ੍ਹੀ ਹੋਈ ਕੌਮ ਸੀ, ਔਰ ਸਿੱਖ ਰਾਜ ਦੇ ਵੇਲੇ ਜਿਨ੍ਹਾਂ ਨੇ ਅੰਗਰੇਜ਼ ਤੇ ਮੁਗਲ ਲਿਖਾਰੀਆਂ ਦੀਆਂ ਲਿਖਤਾਂ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਸਿੱਖ ਰਾਜ ਦੇ ਵੇਲੇ ਇਹ ਸਿੱਖ ਕੌਮ 100% ਹੀ ਐਜੂਕੇਟਡ ਕੌਮ ਸੀ, ਪੜ੍ਹੀ ਲਿਖੀ ਕੌਮ ਸੀ। ਪਰ ਅੰਗਰੇਜ਼ਾਂ ਦੀ ਸ਼ਾਤਰ ਨੀਤੀ ਕਰਕੇ 1849 ਤੋਂ ਬਾਅਦ ਉਹਨਾਂ ਨੇ ਵਿੱਦਿਆ ਦੇ ਖੇਤਰ ਵਿੱਚ ਸਿੱਖਾਂ ਨੂੰ ਬਹੁਤ ਪਿੱਛੇ ਸੁੱਟਿਆ। ਉਹਨਾਂ 15 ਸਾਲਾਂ ਵਿੱਚ ਲਗਭਗ, ਜਦੋਂ ਤੱਕ ਸਿੰਘ ਸਭਾ ਹੋਂਦ ਵਿੱਚ ਆਈ, ਲਗਭਗ 15 ਸਾਲਾਂ ਵਿੱਚ ਹੀ ਸਿੱਖਾਂ ਦੇ ਘਰਾਂ ਵਿੱਚੋਂ ਕਾਇਦੇ ਗੁਰਮੁਖੀ ਦੇ ਅਲੋਪ ਕਰ ਦਿੱਤੇ ਗਏ। ਔਰ ਦੂਜੀ ਵਿਦਿਆ ਜਿਹੜੀ ਉਹਨਾਂ ਦੀ ਮੂਲ ਭਾਸ਼ਾ ਸੀ, ਉਹਦੇ ਪ੍ਰਚਾਰ ਤੇ ਪ੍ਰਸਾਰਨ ਦਾ ਵੀ ਕੋਈ ਉਪਰਾਲਾ ਉੱਥੇ ਨਹੀਂ ਕੀਤਾ ਗਿਆ। ਉਹਨਾਂ ਦਾ ਖਿਆਲ ਸੀ ਕਿ ਜਦੋਂ ਕੌਮਾਂ ਵਿਦਿਆ ਪ੍ਰਾਪਤ ਕਰ ਜਾਂਦੀਆਂ ਹਨ, ਉਸ ਵੇਲੇ ਉਹ ਵਿਰੋਧਤਾ ਦਾ ਬਿਗਲ ਜ਼ਰੂਰ ਵਜਾਉਂਦੀਆਂ ਹਨ, ਫਿਰ ਉਹ ਗੁਲਾਮੀ ਦੇ ਜੂਲੇ ਵਿੱਚ ਵੱਝ ਕੇ ਨਹੀਂ ਰਹਿੰਦੀਆਂ। ਉਹਨਾਂ ਦਾ ਵਿਚਾਰ ਸੀ। ਤਾਂ ਸਿੰਘ ਸਭਾ ਲਹਿਰ ਦੇ ਪਹਿਲਾ ਧਿਆਨ ਸੀ ਸਿੱਖਾਂ ਦੀ ਵਿਦਿਅਕ ਉੱਨਤੀ ਵੱਲ, ਕਿ ਇਸ ਨੂੰ ਵਿਦਿਆ ਦੇ ਪੱਖ ਤੋਂ ਕਿਵੇਂ ਉੱਚਾ ਕੀਤਾ ਜਾਵੇ। ਪੰਜਾਬ ਦੇ ਵਿੱਚ ਸਿੱਖਾਂ ਦਾ ਕੋਈ ਸਕੂਲ ਹੈ ਹੀ ਨਹੀਂ ਸੀ। ਦੂਜੇ ਪਾਸੇ ਹਿੰਦੂ ਤੇ ਮੁਸਲਮਾਨ ਜਿਹੜੇ ਸੀ, ਇਸ ਪਾਸੇ ਪੂਰਾ ਜ਼ੋਰ ਨਾਲ ਕੰਮ ਕਰ ਰਹੇ ਸਨ।
ਔਰ ਬਹੁਤ ਹੀ ਕਾਮਯਾਬੀ ਦੇ ਨਾਲ ਉਹਨਾਂ ਨੇ ਇਸ ਪਾਸੇ ਵਿੱਚ ਸਫਲਤਾ ਵੀ ਪ੍ਰਾਪਤ ਕੀਤੀ। ਭਾਈ ਗੁਰਮੁਖ ਸਿੰਘ ਜੀ ਨੇ ਜੋ ਗੁਰਮੁਖੀ ਅਖਬਾਰ ਸੀ, ਇਸ ਵਿਦਿਅਕ ਪ੍ਰਫੁੱਲਤਾ ਦੇ ਬਾਰੇ, ਐਜੂਕੇਸ਼ਨ ਬਾਰੇ 2-3 ਚੰਗੇ ਲੇਖ ਲਿਖੇ। ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾਣ ਤੇ ਸਿੱਖਾਂ ਦਾ ਇੱਕ ਕਾਲਜ ਵੀ ਬਣਾਇਆ ਜਾਵੇ। ਇਸ ਗੱਲ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ, ਭਾਈ ਗੁਰਮੁਖ ਸਿੰਘ ਜੀ ਨੇ। ਤਾਂ ਸਭ ਤੋਂ ਪਹਿਲਾਂ ਫਿਰ ਪੰਜਾਬੀ ਸਕੂਲ ਦੀ ਗੱਲ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਇਹ ਸਲਾਹਾਂ ਅਜੇ ਆਪਸ 'ਚ ਹੋ ਹੀ ਰਹੀਆਂ ਸਨ ਕਿ ਸੱਤ ਸਭਾ ਲਾਹੌਰ ਦਾ ਇੱਕ ਸੱਤ ਸਭਾ ਸੀ, ਉਹਦੇ ਪ੍ਰਧਾਨ ਭਾਈ ਬਿਹਾਰੀ ਲਾਲ ਪੁਰੀ, ਜੋ ਪੰਜਾਬੀ ਦੇ ਬੜੇ ਹੀ ਸੁਚੱਜੇ ਲਿਖਾਰੀ ਸਨ, ਸਿੰਘ ਸਭਾ ਦੀ ਵਿਦਿਅਕ ਸ਼ਾਖਾ ਦੇ ਮੈਂਬਰ ਬਣ ਗਏ। ਇਹ ਮੌਕੇ ਦੇ ਮੁਤਾਬਕ ਬਹੁਤ ਹੀ ਹੁਲਾਰਾ ਜਿਹੜਾ ਸੀ ਉਹਨਾਂ ਸਿੰਘ ਸਭਾ ਲਹਿਰ ਨੂੰ ਮਿਲਿਆ। ਉਹਨਾਂ ਦੇ ਸਾਥ ਦੇ ਨਾਲ ਅਚਾਨਕ ਹੀ ਸਿੰਘ ਸਭਾ ਦੇ ਤੇ ਸੱਤ ਸਭਾ ਦੇ, ਕਿਉਂਕਿ ਦੋਨਾਂ ਦਾ ਮਨੋਰਥ ਇੱਕ ਸੀ, ਆਸ਼ਾ ਇੱਕ ਸੀ, ਵਿਦਿਆ ਦਾ ਪ੍ਰਸਾਰ ਕਰਨਾ, ਇਸ ਲਈ ਲਾਹੌਰ ਦੇ ਵਿੱਚ ਇੱਕ ਪੰਜਾਬੀ ਸਕੂਲ ਖੋਲ੍ਹਿਆ ਗਿਆ, ਜਿੱਥੇ ਬੱਚਿਆਂ ਨੂੰ ਪੰਜਾਬੀ ਬੋਲੀ ਦੀ ਸਿੱਖਿਆ ਤੇ ਗੁਰਮੁਖੀ ਅੱਖਰਾਂ ਦੀ ਜਾਣਕਾਰੀ ਜਿਹੜੀ ਸੀ ਦਿੱਤੀ ਜਾਣ ਲੱਗ ਪਈ। ਜਦੋਂ ਸਕੂਲ ਖੁੱਲ੍ਹ ਗਿਆ ਤਾਂ ਫਿਰ ਇਹ ਕਾਲਜ ਖੋਲ੍ਹਣ ਦੀ ਵਿਚਾਰ ਜਿਹੜੇ ਸਨ ਉਹ ਵੀ ਚੱਲਣੇ ਸ਼ੁਰੂ ਹੋ ਗਏ ਕਿ ਪੰਜਾਬ ਦੇ ਵਿੱਚ ਪੰਜਾਬੀ ਕਾਲਜ ਖੋਲ੍ਹਿਆ ਜਾਵੇ। ਸਨ 1882 ਸਨ 1882 ਦੇ ਵਿੱਚ ਇਸ ਪਾਸੇ ਇੱਕ ਹੋਰ ਅਗਾਂਹ ਵਧੂ ਕਦਮ ਰੱਖਣ ਲਈ ਸਿੰਘ ਸਭਾ ਲਾਹੌਰ ਦੇ ਅੰਦਰ ਪੰਜਾਬੀ ਪ੍ਰਚਾਰਨ ਸਭਾ ਦੀ ਇੱਕ ਨੀਂਹ ਰੱਖੀ ਗਈ, ਜਿਹਦਾ ਨਾਂ ਰੱਖਿਆ ਪੰਜਾਬੀ ਪ੍ਰਚਾਰਨ ਸਭਾ ਦੀ ਨੀਂਹ ਰੱਖੀ ਗਈ। ਇਸ ਸਭਾ ਵਿੱਚ ਸੋਢੀ ਹੁਕਮ ਸਿੰਘ, ਲਾਲਾ ਨਾਨਕ ਬਖਸ਼, ਭਾਈ ਰਤਨ ਸਿੰਘ ਜੀ, ਸਰਦਾਰ ਆਇਆ ਸਿੰਘ ਜੀ ਤੇ ਭਾਈ ਮੀਹਾਂ ਸਿੰਘ ਤੇ ਭਾਈ ਗੁਰਮੁਖ ਸਿੰਘ ਜੀ, ਇਹ ਉਹਨਾਂ ਦੇ ਮੁੱਖ ਸਲਾਹਕਾਰ ਜਿਹੜੇ ਸਨ ਉਹ ਬਣਾਏ ਗਏ ਜਾਂ ਬਣੇ। ਇਹਨਾਂ ਵੱਲੋਂ ਲਾਹੌਰ 'ਚ ਇੱਕ ਗੁਰਮੁਖੀ ਅਖਬਾਰ ਜਿਹੜਾ ਸੀ, ਉਹਦੇ ਵਿੱਚ ਪੰਜਾਬੀ ਕਾਲਜ, ਗੁਰਮੁਖੀ ਪੰਜਾਬੀ, ਉਹਨੂੰ ਪਹਿਲਾਂ ਗੁਰਮੁਖੀ ਦਾ ਨਾਮ ਦਿੰਦੇ ਸਨ, ਫਿਰ ਪੰਜਾਬੀ ਕਾਲਜ ਲਿਖਿਆ ਗਿਆ। ਪੰਜਾਬੀ ਕਾਲਜ ਖੋਲ੍ਹਣ ਦੀ ਇੱਕ ਵਿਉਂਤਬੰਦੀ ਇਹਨਾਂ ਨੇ ਕੀਤੀ, ਪਰ ਥੋੜ੍ਹੇ ਦਿਨਾਂ ਪਿੱਛੋਂ ਹੀ ਇਸ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਣ ਕਰਕੇ ਇਹ ਸਲਾਹ ਜਿਹੜੀ ਸੀ ਸਿਰੇ ਨਾ ਚੜ੍ਹ ਸਕੀ। ਸਿੰਘ ਸਭਾ ਲਹਿਰ ਨੂੰ ਹੁਲਾਰਾ ਉਦੋਂ ਮਿਲਦਾ ਹੈ ਜਦੋਂ ਭਾਈ ਗੁਰਮੁਖ ਸਿੰਘ ਜੀ ਦੇ ਪੂਰੇ ਯਤਨਾਂ ਦੇ ਨਾਲ ਦੋ ਸੱਜਣ ਇਸ ਲਹਿਰ ਵਿੱਚ ਆ ਕੇ ਸ਼ਾਮਲ ਹੁੰਦੇ ਹਨ। ਇੱਕ ਭਾਈ ਜਵਾਹਰ ਸਿੰਘ ਜੀ, ਦੂਜੇ ਗਿਆਨੀ ਦਿੱਤ ਸਿੰਘ ਜੀ। ਇਹ ਸਿੰਘ ਸਭਾ ਲਾਹੌਰ ਵਿੱਚ ਆ ਕੇ ਸ਼ਾਮਲ ਹੋ ਜਾਂਦੇ ਹਨ। ਦੋਵੇਂ ਸੱਜਣ ਬੜੇ ਤਜਰਬੇਕਾਰ, ਵਿਦਵਾਨ ਸੱਜਣ, ਆਰੀਆ ਸਮਾਜ ਨੂੰ ਜਾਣਨ ਵਾਲੇ ਗਿਆਨੀ ਦਿੱਤ ਸਿੰਘ ਜੀ ਆਰੀਆ ਸਮਾਜੀ ਰਹਿ ਚੁੱਕੇ ਸਨ ਔਰ ਉਹਨਾਂ ਨੂੰ ਬੁਰੀ ਜਾਣਕਾਰੀ ਸੀ, ਉਹਨਾਂ ਦੇ ਮਾੜੇ ਕਰਮਾਂ ਬਾਰੇ ਵੀ ਉਹਨਾਂ ਨੂੰ ਸਾਰਾ ਪਤਾ ਸੀ, ਜਿਨ੍ਹਾਂ ਵਿੱਚ ਸਾਧੂ ਦਿਆਨੰਦ ਤੇ ਮੇਰਾ ਸਵਾਦ ਪੁਸਤਕ ਵੀ ਉਹਨਾਂ ਨੇ ਬਾਅਦ ਵਿੱਚ ਲਿਖੀ। ਉਹ ਅਲੱਗ ਇੱਕ ਵਿਸ਼ਾ ਹੈ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਦਾ। ਸਿਰਫ ਟੂਕ ਮਾਤਰ ਜ਼ਿਕਰ ਕਰਨੀ ਚਾਹ ਰਿਹਾ ਹਾਂ ਕਿ ਗਿਆਨੀ ਦਿੱਤ ਸਿੰਘ ਜੀ ਤੇ ਭਾਈ ਸਰਦਾਰ ਜਵਾਹਰ ਸਿੰਘ ਜੀ ਇਹ ਸਿੰਘ ਸਭਾ ਲਾਹੌਰ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ। ਇਹਨਾਂ ਦਾ ਰਸੂਖ ਵੀ ਲੋਕਾਂ ਵਿੱਚ ਬਹੁਤ ਸੀ, ਕਿਉਂਕਿ ਜਦੋਂ ਬੰਦੇ ਦੇ ਕੋਲ ਗੁਣ ਹੁੰਦਾ ਹੈ ਤਾਂ ਉਹਨਾਂ ਦਾ ਰਸੂਖ ਆਪਣੇ ਆਪ ਹੀ ਬਣ ਜਾਂਦਾ ਹੈ। ਇਹਨਾਂ ਦਾ ਰਸੂਖ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਸੀ। ਸਰਦਾਰ ਜਵਾਹਰ ਸਿੰਘ ਜੀ ਉਸ ਵੇਲੇ ਲਾਹੌਰ ਦੇ ਵਿੱਚ ਰੇਲਵੇ ਦੇ ਵਿੱਚ ਨੌਕਰੀ ਕਰਦੇ ਸਨ ਤੇ ਆਰੀਆ ਸਮਾਜ ਦੇ ਸੈਕਟਰੀ ਸਕੱਤਰ ਸਨ ਸਰਦਾਰ ਜਵਾਹਰ ਸਿੰਘ ਜੀ। ਗਿਆਨੀ ਦਿੱਤ ਸਿੰਘ ਜੀ, ਜਿਹਦਾ ਅਸਲੀ ਨਾਮ ਉਸ ਸਮੇਂ ਦਿੱਤਾ ਰਾਮ ਸੀ, ਉਸਲੇ ਦਿੱਤਾ ਰਾਮ ਸੀ, ਕੁਝ ਸਮਾਂ ਪਹਿਲਾਂ ਹੀ ਗੁਲਾਬਦਾਸੀ ਸੰਪਰਦਾਇ ਸੀ ਤੇ ਫਿਰ ਆਰੀਆ ਸਮਾਜ ਦੇ ਪ੍ਰਚਾਰਕ ਜਿਹੜੇ ਸੀ ਬਣ ਗਏ ਤੇ ਦਿੱਤਾ ਮੱਲ ਜੀ ਆਰੀਆ ਸਮਾਜ ਦੇ ਪ੍ਰਚਾਰਕ ਸਨ। ਹੁਣ ਜਦੋਂ ਸਿੰਘ ਸਭਾ ਲਹਿਰ ਵਿੱਚ ਸ਼ਾਮਲ ਹੁੰਦੇ ਹਨ ਗਿਆਨੀ ਗੁਰਮੁਖ ਸਿੰਘ ਦੇ ਯਤਨਾਂ ਨਾਲ, ਤਾਂ ਫਿਰ ਆਰੀਆ ਸਮਾਜ ਦੇ ਜਿਹੜੀ ਅਸਲੀਅਤ ਸੀ ਇਹਨਾਂ ਨੂੰ ਸਮਝ ਆਉਣੀ ਸ਼ੁਰੂ ਹੋਈ।
ਆਰੀਆ ਸਮਾਜੀ ਇਸ ਸਮੇਂ ਸਿੱਖਾਂ ਨਾਲੋਂ ਇੰਨੇ ਵੱਖ ਨਹੀਂ ਸਨ ਹੋਏ। ਇਸ ਲਈ ਆਰੀਆ ਸਮਾਜ ਦੇ ਜਲਸੇ ਹੁੰਦੇ, ਉੱਥੇ ਪ੍ਰਬੰਧ ਆਮ ਤੌਰ ਤੇ ਸਿੱਖਾਂ ਵੱਲੋਂ ਹੀ ਕੀਤਾ ਜਾਂਦਾ ਸੀ। ਉਹਨਾਂ ਦੇ ਅੰਦਰਲੀ ਜਿਹੜੀ ਨੀਤੀ ਸੀ ਉਹ ਪਤਾ ਨਹੀਂ ਸੀ ਸਿੱਖਾਂ ਨੂੰ। ਬਿਲਕੁਲ ਉਸੇ ਤਰ੍ਹਾਂ ਹੀ ਭਾਈ ਭਾਈ ਕਹਿ ਕੇ ਭਾਈ ਦਾ ਕਤਲ ਕਰਨ ਵਾਲੀ ਜਿਹੜੀ ਨੀਤੀ ਸੀ, ਮੌਜੂਦਾ ਸਮੇਂ ਵਿੱਚ ਵੀ ਆਪ ਜੀ ਜਦੋਂ ਦੇਖੋਗੇ ਇਹ ਨੀਤੀ ਪਿਛਲੇ ਲਗਭਗ 40-50 ਸਾਲ ਤੋਂ ਹੀ ਚੱਲਦੀ ਰਹੀ। ਔਰ ਜਿਨ੍ਹਾਂ ਨੂੰ ਇਹ ਭਾਈ ਭਾਈ ਕਹਿ ਕੇ ਅਸੀਂ ਨਾਲ ਤੋਰਦੇ ਰਹੇ ਜਾਂ ਸਾਡੀ ਕੌਮ ਦੇ ਆਗੂ ਇਹ ਚਲਾਉਂਦੇ ਰਹੇ, ਦਰਬਾਰ ਸਾਹਿਬ ਦੇ ਹਮਲੇ ਵੇਲੇ ਉਹਨਾਂ ਨੇ ਸਾਡੀ ਛਾਤੀਆਂ ਤੇ ਬੈਠ ਕੇ ਲੱਡੂ ਵੰਡੇ, ਜਿਹੜੇ ਸਾਨੂੰ ਭਰਾ ਭਰਾ ਕਹਿੰਦੇ, ਜਿਨ੍ਹਾਂ ਨੂੰ ਅਸੀਂ ਭਰਾ ਭਰਾ ਕਹਿੰਦੇ ਸਾਂ। ਪਰ ਫਿਰ ਵੀ ਸਾਡੇ ਆਗੂਆਂ ਨੇ ਇਹ ਗੱਲ ਨਾ ਸਮਝੀ, ਭਾਈਆਂ ਦੀ ਝੋਲੀ ਵਿੱਚ ਡਿੱਗੇ ਰਹੇ ਤੇ ਅੱਜ ਉਹਨਾਂ ਦੀ ਨਸ਼ਰ ਹਾਲਤ ਤੁਹਾਡੇ ਸਾਹਮਣੇ ਹੈ ਵੀ ਕਿਵੇਂ ਉਹਨਾਂ ਦਾ ਮਰਡਰ ਜਿਹੜਾ ਹੈ ਉਹ ਹੋਇਆ ਹੈ। ਰਾਜਨੀਤਿਕ ਤੌਰ ਤੇ ਵੀ ਇੱਥੇ ਤੱਕ ਕਿਉਂ ਪਹੁੰਚੇ? ਕਿਉਂਕਿ ਸਾਡੀ ਸੂਝ-ਬੂਝ ਛੋਟੀ ਸੀ। ਬਿਲਕੁਲ ਉਸੇ ਤਰ੍ਹਾਂ ਹੀ ਇਹ ਸਿੱਖ ਜਿਹੜੇ ਸਨ ਉਸ ਵੇਲੇ ਇੰਨੀ ਸੋਚ ਨਹੀਂ ਸੀ, ਵਿਸ਼ਾਲ ਸੋਚ ਨਹੀਂ ਸੀ ਹੁੰਦੀ ਵੀ ਇਹ ਸਾਡੇ ਕਿੰਨੇ ਕੁ ਖਿਲਾਫ ਹਨ ਜਾਂ ਕੀ ਇਹ ਕਰਨਾ ਚਾਹੁੰਦੇ ਹਨ। ਜਿੱਥੇ ਉਹਨਾਂ ਨੇ ਜਲਸੇ ਕਰਨੇ ਹੁੰਦੇ, ਉਹਨਾਂ ਦਾ ਪ੍ਰਬੰਧ ਜਿਹੜਾ ਸੀ ਉਹ ਸਿੱਖਾਂ ਦੇ ਹੱਥਾਂ ਵਿੱਚ ਹੁੰਦਾ। ਸਿੱਖਾਂ ਦੀ ਇੱਕ ਦਿਲੀ ਇੱਛਾ ਸੀ ਕਿ ਜਿਵੇਂ ਸਿੰਘ ਸਭਾ ਦੇ ਨਿਯਮਾਂ ਤੋਂ, ਜੋ ਸਿੰਘ ਸਭਾ ਲਹਿਰ ਦੇ ਨਿਯਮ ਜਿਹੜੇ ਮੈਂ ਪਹਿਲਾਂ ਦੱਸ ਚੁੱਕਾ ਹਾਂ, ਉਹਨਾਂ ਤੋਂ ਪ੍ਰਗਟ ਹੋ ਜਾਂਦੀ ਹੈ ਕਿ ਉਹ ਉਹਨਾਂ ਦੇ ਨਾਲ ਮਿਲੇ ਰਹਿਣ, ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕੀਤਾ ਜਾਵੇ। ਪਰ ਪਿੱਛੋਂ ਜਾ ਕੇ ਸਵਾਮੀ ਦਇਆਨੰਦ ਦਾ ਇੱਕ ਪੱਖੀ ਤੇ ਦਿਲ ਦੁਖਾਊ ਜਿਹੜਾ ਸੁਭਾਅ ਸੀ ਜਾਂ ਪ੍ਰਚਾਰ ਸੀ, ਸਵਾਮੀ ਦਇਆਨੰਦ ਦਾ ਜਿਹੜਾ ਪ੍ਰਚਾਰ ਸੀ ਉਹ ਸਿੱਖਾਂ ਦੇ ਬੜਾ ਹੀ ਦਿਲ ਦਿਖਾਊ ਸੀ। ਸਿੱਖਾਂ ਨੇ ਤੰਗ ਆ ਕੇ ਇਹ ਕਹਿ ਲਈ ਵੀ ਉੱਥੇ ਉਹਨਾਂ ਦੇ ਨਾਲ ਚੱਲਣ ਦੇ ਲਈ ਸਾਹ ਘੁੱਟਣਾ ਸ਼ੁਰੂ ਹੋ ਗਿਆ, ਦਮ ਘੁੱਟਣਾ ਸ਼ੁਰੂ ਹੋ ਗਿਆ ਤੇ ਛੇਤੀ ਹੀ ਇੰਨੀ ਦੂਰ ਜਾ ਕੇ ਖੜੇ ਹੋ ਗਏ ਕਿ ਫਿਰ ਇਹਨਾਂ ਦੇ ਆਪਸ ਵਿੱਚ ਮਿਲਣ ਦੀ ਆਸ ਵੀ ਜਿਹੜੀ ਸੀ ਉਹ ਖਤਮ ਹੋ ਗਈ। ਚਲੋ ਸਮਝ ਤਾਂ ਆਈ, ਭਾਵੇਂ ਥੋੜੇ ਦੇਰ ਬਾਅਦ ਆਈ, ਔਰ ਜਿਹਦਾ ਰਿਜ਼ਲਟ ਬੜਾ ਵਧੀਆ ਨਿਕਲਿਆ। ਸਰ ਜਵਾਹਰ ਸਿੰਘ ਜੀ ਤੇ ਗਿਆਨੀ ਦਿੱਤ ਸਿੰਘ ਜੀ ਦੇ ਆਰੀਆ ਸਮਾਜੀ ਨਾਲੋਂ ਸਭ ਤੋਂ ਵੱਡਾ ਕਾਰਨ ਉਹਨਾਂ ਦੇ ਵਿਛੋੜੇ ਦਾ ਭਾਈ ਗੁਰਮੁਖ ਸਿੰਘ ਜੀ ਨੇ, ਕਿਉਂਕਿ ਗਿਆਨੀ ਦਿੱਤ ਸਿੰਘ ਜੀ ਨੂੰ ਉਹਨਾਂ ਨੇ ਅੰਮ੍ਰਿਤਪਾਨ ਕਰਵਾ ਦਿੱਤਾ, ਦਿੱਤਾ ਰਾਮ ਤੋਂ ਗਿਆਨੀ ਦਿੱਤ ਸਿੰਘ ਬਣਾ ਦਿੱਤਾ। ਇਹ ਸਭ ਤੋਂ ਵੱਡਾ ਕਾਰਨ ਸੀ ਜਿਹੜਾ ਕਿਸੇ ਹਾਲਤ ਵਿੱਚ ਵੀ ਗਲ 'ਚ ਪਾਈ ਹੋਈ ਕਿਰਪਾਨ ਬਰਦਾਸ਼ਤ ਨਹੀਂ ਸੀ ਹੁੰਦੀ, ਅੱਜ ਵੀ ਨਹੀਂ ਹੁੰਦੀ। ਕੋਈ ਨਵੀਂ ਉਦੋਂ ਪੁਰਾਣੀ ਗੱਲ ਨਹੀਂ ਹੈ, ਅੱਜ ਵੀ ਇਹੋ ਹੀ ਹਾਲਤ ਹੈ। ਇਹ ਸ਼ੁਰੂ ਤੋਂ ਹੀ ਅੰਦਰਲਾ ਇੱਕ ਸੁਭਾਅ ਬਣ ਜਾਂਦਾ ਹੈ ਕੌਮਾਂ ਦਾ। ਜਿਨ੍ਹਾਂ ਕੌਮਾਂ ਵਿੱਚ ਵਿਰੋਧਤਾ ਦੀ ਨੀਅਤ ਹੋਵੇ ਉਹਨਾਂ ਨੂੰ ਬਿਲਕੁਲ ਇਸੇ ਢੰਗ ਦੇ ਨਾਲ ਹੀ ਦੂਜੀਆਂ ਕੌਮਾਂ ਨੂੰ ਵੇਖਦੇ ਹਨ। ਜਦੋਂ ਗਿਆਨੀ ਦਿੱਤ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਤਾਂ ਇਹ ਗੱਲ ਉਹਨਾਂ ਨੂੰ, ਗਿਆਨੀ ਸਾਧੂ ਦਇਆਨੰਦ ਨੂੰ ਜਿਹੜੀ ਸੀ ਉਹ ਬਰਦਾਸ਼ਤ ਨਹੀਂ ਸੀ ਹੋ ਸਕੀ, ਪਚ ਨਹੀਂ ਸੀ ਰਹੀ। ਫਿਰ ਦੋਨੇ ਹੀ ਭਾਈ ਜਵਾਹਰ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਗੁਰਮਤਿ ਦੇ ਪ੍ਰਚਾਰ ਦੇ ਵਿੱਚ ਜਦੋਂ ਨਿੱਤਰ ਆਏ ਤਾਂ ਇਹ ਕਹਿ ਸਕਦੇ ਹਾਂ ਕਿ ਸਿੰਘ ਸਭਾ ਲਹਿਰ ਦੀਆਂ ਜਾਂ ਦੂਜੇ ਲਫ਼ਜ਼ਾਂ ਵਿੱਚ ਭਾਈ ਗੁਰਮੁਖ ਸਿੰਘ ਦੀਆਂ ਬਾਹਾਂ ਜਿਹੜੀਆਂ ਸਨ ਉਹ ਬੜੀਆਂ ਮਜ਼ਬੂਤ ਹੋ ਗਈਆਂ, ਤਕੜੀਆਂ ਹੋ ਗਈਆਂ, ਕਿਉਂਕਿ ਵਿਦਵਾਨ ਬਹੁਤ ਤਕੜੇ ਸਨ। ਇਸ ਤੋਂ ਬਾਅਦ ਪੰਜਾਬ ਵਿੱਚ ਵਿਦਿਅਕ ਲਹਿਰ ਦਾ ਪਸਾਰਾ ਹੁੰਦਾ ਹੈ। ਪੰਜਾਬ ਵਿੱਚ ਇਸ ਸਮੇਂ ਸਾਰੇ ਪਾਸੇ ਵਿਦਿਆ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਸੀ। ਜੋ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ, ਅੰਜਮਨ ਪੰਜਾਬ ਜੋ 1865 ਵਿੱਚ ਡਾਕਟਰ ਲਾਈਟਨਰ ਦੇ ਯਤਨ ਨਾਲ ਕਾਇਮ ਹੋਈ ਸੀ ਸੰਸਥਾ, ਉਸ ਦੇ ਅੰਡਰ 1868 ਵਿੱਚ ਪੰਜਾਬ ਯੂਨੀਵਰਸਿਟੀ ਕਾਲਜ ਖੁੱਲ੍ਹਿਆ। ਸੰਨ 1876 ਵਿੱਚ ਓਰੀਐਂਟਲ ਕਾਲਜ ਬਣਿਆ। ਫਿਰ 1882 ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੋਈ 1882 ਦੇ ਵਿੱਚ। ਉਸ ਦੇ ਅਧੀਨ ਇਸ ਵਿਦਿਅਕ ਲਹਿਰ ਦੇ ਨਾਲ ਨਾਲ ਹਿੰਦੂ ਵੀ ਅੱਗੇ ਵਧੇ ਤੇ ਮੁਸਲਮਾਨ ਵੀ ਵਧੇ। ਕੇਵਲ ਸਿੱਖਾਂ ਦੀ ਤਰੱਕੀ ਨਹੀਂ ਹੋਈ, ਇਸ ਵਿਦਿਅਕ ਦੀ ਜਾਗਰਤੀ ਦੇ ਨਾਲ ਹਿੰਦੂਆਂ ਦੇ ਅੰਦਰ ਵੀ ਤਰੱਕੀ ਹੋਈ, ਮੁਸਲਮਾਨਾਂ ਦੀ ਤਰੱਕੀ ਵੀ ਹੋਈ, ਕਿਉਂਕਿ ਪੜ੍ਹਨ ਦਾ ਅਧਿਕਾਰ ਸਾਰਿਆਂ ਨੂੰ ਸੀ, ਕੇਵਲ ਸਿੱਖਾਂ ਤੱਕ ਸੀਮਤ ਨਹੀਂ ਸੀ। ਇਹਨਾਂ ਵੱਲੋਂ ਵੀ ਫਿਰ ਆਪੋ ਆਪਣੇ ਸਕੂਲ ਤੇ ਕਾਲਜ ਜਿਹੜੇ ਸੀ ਉਹ ਖੋਲ੍ਹੇ ਗਏ। ਇਸ ਲਹਿਰ ਨੂੰ ਹੋਰ ਤੇਜ਼ੀ ਨਾਲ ਚਲਾਉਣ ਲਈ ਜੱਦੋ-ਜਹਿਦ ਜਿਹੜੀ ਸੀ ਉਹ ਚੱਲਦੀ ਰਹੀ। ਇੱਕ ਵੱਡੀ ਜੱਦੋ-ਜਹਿਦ ਜਿਹੜੀ ਸੀ ਸਿੰਘ ਸਭਾ ਲਹਿਰ ਵੱਲੋਂ ਕੀਤੀ ਗਈ। ਹੁਣ ਸਿੱਖ ਜਿਹੜੇ ਸਨ ਉਹ ਸਿੰਘ ਸਭਾ ਲਹਿਰ ਦੇ ਅਧੀਨ ਆ ਕੇ ਇਹ ਕਹਿ ਲਈਏ ਕਿ
ਇਸ ਪਾਸੇ ਗਰਮਜੋਸ਼ੀ ਦੇ ਨਾਲ ਸਿੱਖਾਂ ਨੇ ਵੀ ਕੰਮ ਕਰਨਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ। ਫਿਰ ਖਾਲਸਾ ਕਾਲਜ ਦੀ ਲੋੜ ਮਹਿਸੂਸ ਕੀਤੀ ਗਈ। ਭਾਈ ਗੁਰਮੁਖ ਸਿੰਘ ਨੇ ਇਸ ਸਮੇਂ ਸਿੱਖਾਂ ਨੂੰ ਖਾਲਸਾ ਕਾਲਜ ਬਣਾਉਣ ਦੀ ਲੋੜ ਦੱਸ ਕੇ ਸਿੱਖ ਮੋਢੀਆਂ ਨੂੰ ਚੁੰਬਨ ਲਈ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਪ੍ਰਮੁੱਖ ਪੱਤਰ ਜਿਹੜਾ ਸੀ ਗੁਰਮੁਖੀ ਅਖਬਾਰ ਵਿੱਚ ਧੜਾਧੜ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਆਪਣੇ ਕਾਲਜ ਦੀ ਲੋੜ ਲਈ, ਖਾਲਸਾ ਕਾਲਜ ਦੀ ਲੋੜ ਲਈ। ਇੱਕ ਉਦਾਹਰਨ ਉਹਨਾਂ ਵਿੱਚੋਂ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਜੋ ਉੱਥੇ ਵਿੱਚ ਛਪੀ। ਜੋ ਲੋਕ ਪਿੰਡਾਂ ਵਿੱਚ ਕਹਿੰਦੇ ਹਨ ਕਿ ਉਹ ਪੜ੍ਹਨ ਤੋਂ ਡਰਦੇ ਹਨ ਅਤੇ ਉਹਨਾਂ ਦੇ ਵਿਚਾਰ ਵਿੱਚ ਪੜ੍ਹਨਾ ਪੜ੍ਹਾਉਣਾ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿਸੇ ਨੂੰ ਡੇਮੂ ਲੜਾ ਦੇਈਦਾ ਹੈ। ਮੈਂ ਡੇਮੂ ਦਾ ਜ਼ਿਕਰ ਇੱਥੇ ਕਰ ਦਿਆਂ। ਤੁਸੀਂ ਸ਼ਹਿਦ ਦੀਆਂ ਮੱਖੀਆਂ ਦੇਖੀਆਂ ਹੋਣਗੀਆਂ, ਉਹਨਾਂ ਦਾ ਛੱਤਾ ਹੁੰਦਾ ਹੈ, ਉਹਨਾਂ ਨੂੰ ਸ਼ਹਿਦ ਦੀ ਮੱਖੀ ਕਿਹਾ ਜਾਂਦਾ ਹੈ। ਪਰ ਇੱਕ ਸ਼ਹਿਦ ਦੀ ਮੱਖੀ ਬੜੇ ਵੱਡੇ ਆਕਾਰ ਦੀ ਹੁੰਦੀ ਹੈ, ਉਹਨੂੰ ਡੂਮਣਾ ਕਿਹਾ ਜਾਂਦਾ ਹੈ। ਉਹਨੂੰ ਡੂਮਣਾ ਕਿਹਾ ਜਾਂਦਾ, ਉਹਦਾ ਛੱਜਾ ਵੀ ਬਹੁਤ ਵੱਡਾ ਹੁੰਦਾ ਹੈ। ਕਈ ਵਾਰੀ ਤਾਂ ਪੂਰੇ ਪੂਰੇ ਦਰਖਤ ਦੇ ਉੱਤੇ ਹੀ ਇਹ ਛੱਜਾ ਜਿਹੜਾ ਬਣਾ ਲੈਂਦਾ ਹੈ। ਪਰ ਮੱਖੀ ਵੀ ਉਹਦੀ ਇੰਨੀ ਕੁ ਮੋਟੀ ਹੁੰਦੀ ਹੈ ਸ਼ਹਿਦ ਦੀ ਮੱਖੀ ਕਿ ਜਿਵੇਂ ਭੂੰਡ ਹੁੰਦੇ ਨੇ ਇਸ ਤਰ੍ਹਾਂ ਦੀ ਉਹ ਮੱਖੀ ਹੁੰਦੀ, ਉਹਨੂੰ ਡੂਮਣਾ ਕਹਿੰਦੇ ਨੇ। ਪਰ ਡੂਮਣਾ ਇਸ ਤਰ੍ਹਾਂ ਦਾ ਹੈ ਜਦੋਂ ਅਸੀਂ ਉੱਥੋਂ ਸ਼ਹਿਦ ਕੱਢਣ ਲੱਗੀਏ ਉਹਦਾ ਛੱਜੇ ਦੇ ਵਿੱਚੋਂ ਤਾਂ ਉਹ ਮਗਰ ਪੈ ਜਾਂਦਾ ਹੈ। ਪਰ ਜਦੋਂ ਲੜਦਾ ਹੈ, ਇੱਕ ਡੂਮਣਾ ਵੀ ਲੜੇ ਤਾਂ ਮੂੰਹ ਜਾਂ ਜਿੱਥੇ ਲੜ ਜਾਏ ਉੱਥੇ ਇੰਨਾ ਸੁੱਜ ਜਾਂਦਾ ਹੈ। ਤਾਂ ਇਹ ਡੂਮਣੇ ਦੀ ਮੈਂ ਇਸ ਕਰਕੇ ਉਦਾਹਰਨ ਦਿੱਤੀ ਹੈ ਤਦ ਕਿ ਉੱਥੇ ਜਿੱਥੇ ਉਹ ਲਫ਼ਜ਼ ਵਰਤਿਆ ਗਿਆ ਤਾਂ ਤੁਹਾਨੂੰ ਸਮਝ ਹੋਵੇ ਵੀ ਡੂਮਣਾ ਕਿਹਨੂੰ ਕਹਿੰਦੇ ਨੇ। ਜੋ ਲੋਕ ਪਿੰਡਾਂ ਵਿੱਚ ਇਹ ਕਹਿੰਦੇ ਸਨ ਕਿ ਉਹ ਇਹ ਕਹਿ ਕੇ ਪੜ੍ਹਨ ਤੋਂ ਡਰਦੇ ਸਨ ਕਿ ਜਿਸ ਤਰ੍ਹਾਂ ਕਿਸੇ ਨੂੰ ਡੇਮੂ ਲੜਾ ਦੇਈਦਾ ਹੈ, ਵੀ ਉਹਨਾਂ ਨੂੰ ਜਿਵੇਂ ਡੂਮਲਾ ਲੜ ਜਾਂਦਾ। ਸ਼ਹਿਰਾਂ ਵਿੱਚ ਸਿੰਘਾਂ ਦੇ ਜੋ ਲੜਕੇ ਅੰਗਰੇਜ਼ੀ ਫਾਰਸੀ ਪੜ੍ਹੇ ਹਨ, ਉਹ ਵੀ ਆਪਣੇ ਘਰ ਵੱਲੋਂ ਹਟ ਬੈਠੇ ਸਨ। ਜੋ ਲਿਖਿਆ ਗਿਆ ਸਿੱਖੀ ਨੂੰ ਬੁਰਾ ਸਮਝਦੇ ਸਨ। ਜਿਹੜਾ 2-4 ਅੱਖਰ ਪੜ੍ਹ ਜਾਂਦਾ ਨਾ, ਉਹਦੀ ਕਹਾਵਤ ਹੈ ਨਵੀਂ ਨਵੀਂ ਮੁਸਲਮਾਨੀ ਅੱਲਾ ਅੱਲਾ ਪੁਕਾਰੇ। ਵੀ ਜਦੋਂ ਮੁਸਲਮਾਨੀ ਨਵਾਂ ਬਣਦਾ ਦੂਜੇ ਨੂੰ ਫਿਰ ਬੰਦਾ ਹੀ ਨਹੀਂ ਸਮਝਦਾ। ਜਿਹੜੇ ਐਜੂਕੇਸ਼ਨ ਦੇ ਵਿੱਚ ਥੋੜਾ ਜਿਹਾ ਪੜ੍ਹ ਲਿਖ ਕੇ ਉਹ ਦੂਜਿਆਂ ਨੂੰ ਤਾਂ ਬੰਦੇ ਹੀ ਨਹੀਂ ਸੀ ਸਮਝਦੇ, ਫਿਰ ਸਿੱਖੀ ਨੂੰ ਤਾਂ ਟਾਂਚਾ ਕਰਦੇ ਸੀ। ਹੁਣ ਵੀ ਅੱਜ ਵੀ ਪੜ੍ਹੇ ਲਿਖੇ ਹੋ ਕੇ ਕਈ ਵਿਦਵਾਨ ਸੱਜਣ ਵੀ ਕਹਿੰਦੇ ਨੇ ਜੀ ਇਹ ਤਾਂ ਕਕਾਰ ਪੁਰਾਣੇ ਸਮੇਂ ਦੀ ਗੱਲਾਂ ਨੇ, ਜੇ ਪਾਠ ਨਾ ਵੀ ਕਰੀਏ ਤਾਂ ਕੀ ਫਰਕ ਪੈਂਦਾ ਹੈ, ਜੇ ਨਿਤ ਨੇ ਨਹੀਂ ਕੀਤਾ ਤਾਂ ਕੀ ਫਰਕ ਪੈ ਜਾਏਗਾ, ਬਾਣੀ ਪੜ੍ਹਨ ਦਾ ਕੀ ਫਾਇਦਾ ਹੈ, ਰੋਜ਼ ਇਹੋ ਜਿਹੀਆਂ ਗੱਲਾਂ ਕਰਨ ਦਾ ਕੀ ਫਾਇਦਾ ਹੈ। ਤਾਂ ਇਹ ਜਿਹੜੇ ਜ਼ਿਆਦਾ ਪੜ੍ਹ ਲਿਖ ਜਾਣ ਉਹਨਾਂ ਦੇ ਦਿਮਾਗ 'ਚ ਇਹੋ ਜਿਹਾ ਕੀੜਾ ਵੜ ਜਾਂਦਾ ਹੈ। ਪਰ ਗੁਰੂ ਕਿਰਪਾ ਰੱਖੇ ਤੇ ਸਮਝ ਦੇ ਮੁਤਾਬਕ ਉਹ ਉਸ ਵੇਲੇ ਇਹ ਬਖਸ਼ਿਸ਼ ਸਿੰਘ ਸਭਾ ਦੇ ਲਹਿਰ ਦੇ ਆਗੂਆਂ ਦੇ ਉੱਤੇ ਹੋਈ। ਉਹਨਾਂ ਨੇ ਇਸ ਪਾਸੇ ਜਿਹੜਾ ਸੀ ਧਿਆਨ ਦਿੱਤਾ। ਤਾਂ ਜਿਹੜੇ ਪੜ੍ਹੇ ਲਿਖੇ ਸਨ, ਮੈਂ ਬੇਨਤੀ ਕਰਦਿਆਂ ਵੀ ਉਹ ਸਿੱਖੀ ਨੂੰ ਬੁਰਾ ਹੀ ਕਹਿੰਦੇ ਸਨ ਵੀ ਸਿੱਖੀ ਐਵੇਂ ਹੈ ਜੀ, ਐਵੇਂ ਪਾਬੰਦੀਆਂ ਲਾ ਦਿੱਤੀਆਂ ਜੀ, ਜੇ ਕੇਸ ਨਾ ਰਖਾਉਂਦੇ ਗੁਰੂ ਸਾਹਿਬ ਤਾਂ ਕੀ ਫਰਕ ਪੈਣਾ ਸੀ, ਸਾਰਾ ਸੰਸਾਰ ਹੀ ਸਿੱਖ ਬਣ ਜਾਂਦਾ। ਜੇ ਗੁਰੂ ਸਾਹਿਬ ਉੱਚੇ ਕਿਰਦਾਰ ਦੀ ਗੱਲ ਨਾ ਕਰਦੇ, ਪਰ ਇਸਤਰੀ ਪਰ ਪੁਰਸ਼ ਦੇ ਗਮਨ ਦੀ ਗੱਲ ਨਾ ਕਰਦੇ ਤਾਂ ਸਿੱਖੀ ਸਾਰੇ ਸੰਸਾਰ 'ਚ ਫੈਲ ਜਾਂਦੀ। ਐਸ਼ ਪ੍ਰਸਤੀ ਜੇ ਮਹਾਰਾਜ ਨਸ਼ਿਆਂ ਦੀ ਮਨਾ ਨਾ ਕਰਦੇ ਤਾਂ ਅੱਜ ਸਾਰਾ ਸੰਸਾਰ ਜਿਹੜਾ ਸੀ ਨਾ ਸਿੱਖੀ 'ਚ ਸ਼ਾਮਲ ਹੋ ਜਾਂਦਾ। ਪਰ ਜਿਹੜੀ ਨਿਆਰਾਪਨ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਕਿਉਂਕਿ ਖਾਲਸੇ ਦੇ ਸਿਰਜਣੇ ਦੇ ਜਾਂ ਸੰਪੂਰਨਤਾ ਦਿਵਸ ਦੇ ਉੱਤੇ ਅਸੀਂ ਅੱਜ ਬੈਠੇ ਹਾਂ, ਤਾਂ ਉਸ ਨਿਆਰੇਪਨ ਦਾ ਅੱਜ ਵੀ ਦੁਨੀਆ ਦੇ ਵਿੱਚ ਬੋਲਬਾਲਾ ਹੈ, ਰਹੇਗਾ। ਜਦ ਤੱਕ ਦੁਨੀਆ ਹੈ ਸਤਿਗੁਰੂ ਦੀ ਬਖਸ਼ਿਸ਼ ਹੋਏ ਸਿਧਾਂਤ ਕਦੀ ਖਤਮ ਨਹੀਂ ਹੋਣਗੇ। ਖੈਰ, ਉਹਨਾਂ ਨੂੰ ਇਹ ਲੱਗਦਾ ਸੀ ਇਹ ਜਿਹੜੇ ਪੜ੍ਹੇ ਲਿਖੇ ਸਨ ਉਹਨਾਂ 'ਚੋਂ ਨਾਮ ਮਾਤਰ ਹੀ ਸਿੱਖੀ 'ਚ ਪੂਰੇ ਰਹਿ ਗਏ। ਬਾਕੀ ਸਾਰੇ ਸਮਾਜ ਸਭਾ ਵਿੱਚ ਸਿੰਘ ਸਭਾ ਨੂੰ ਛੱਡ ਕੇ ਹੋਰ ਸਭਾਵਾਂ ਵਿੱਚ ਜਾ ਕੇ ਦਾਖਲ ਹੋ ਗਏ। ਲੋ ਜੀ ਸੇਵਾ ਹੀ ਕਰਨੀ ਹੈ, ਉਧਰ ਕਰ ਲਓ ਜੀ, ਕੀ ਫਰਕ ਪੈਂਦਾ ਹੈ। ਉਹਨਾਂ ਦੇ ਖਿਆਲ ਉਹਨਾਂ ਸਮਾਜੀਆਂ ਨਾਲ ਤਾਂ ਮਿਲ ਜਾਂਦੇ ਸਨ, ਉਹਨਾਂ ਲੋਕਾਂ ਨਾਲ ਤਾਂ ਮਿਲ ਜਾਂਦੇ ਸਨ, ਪਰ ਸਿੰਘ ਸਭਾ ਲਹਿਰ ਨਾਲ ਨਹੀਂ ਸੀ ਮਿਲਦੇ। ਦੂਸਰੇ ਦੁਕਾਨਦਾਰ ਜਾਂ ਜ਼ਿਮੀਂਦਾਰ ਜੋ ਕਾਸ਼ਤਕਾਰ ਕਹਿੰਦੇ ਸਨ, ਖੇਤੀ ਕਰਨ ਵਾਲੇ, ਜੋ ਪੜ੍ਹਨਾ ਪਸੰਦ ਹੀ ਨਹੀਂ ਸੀ ਕਰਦੇ। ਉਹ ਕਹਿੰਦੇ ਅਸੀਂ ਦੁਕਾਨ ਤੇ ਬਹਿਣਾ। ਹੁਣ ਵੀ ਤੁਸੀਂ ਦੇਖਿਆ ਹੋਏਗਾ ਜਦੋਂ ਬੱਚਾ 10ਵੀਂ ਕਰ ਜਾਂਦਾ ਸੀ ਨਾ, ਜਿਹਦਾ ਬਿਜ਼ਨਸ ਚੱਲਦਾ ਸੀ ਤਾਂ ਉਹ ਕਹਿੰਦੇ ਚੱਲ ਕਾਕਾ ਦੁਕਾਨ ਤੇ ਬੈਠ, ਤੂੰ ਕਿਹੜਾ BA ਕਰਕੇ ਅਫਸਰ ਲੱਗਣਾ, ਕਰਨਾ ਤਾਂ ਵਪਾਰ ਹੀ ਹੈ, ਵੇਚਣੇ ਤਾਂ ਇਹੀ ਚੀਜ਼ ਹੈ, ਚੱਲ 10ਵੀਂ ਤੋਂ ਬਾਅਦ ਦੁਕਾਨ ਤੇ ਬੈਠ। ਹੁਣ ਵੀ ਅਜੇ ਵੀ ਰਿਵਾਜ ਹੈ, ਪਰ ਹੁਣ ਥੋੜਾ ਜਿਹਾ ਅੱਗੇ ਬੱਚਿਆਂ ਦੇ ਵਿੱਚ ਜਾਗਰਤੀ ਆਈ। ਹੁਣ ਪੜ੍ਹ ਲਿਖ ਕੇ ਦੁਕਾਨ ਬਿਜ਼ਨਸ ਹੀ ਆਉਣ, ਪਰ ਥੋੜਾ ਜਿਹਾ ਪੜ੍ਹ ਲਿਖ ਕੇ ਆਉਂਦੇ ਨੇ। ਹੁਣ ਤਾਂ MBA ਕਰਕੇ ਵੀ ਬੱਚੇ ਬਿਜ਼ਨਸ ਦੇ ਵਿੱਚ ਆ ਕੇ ਸ਼ਾਮਲ ਹੋ ਜਾਂਦੇ ਨੇ। ਪਰ ਉਦੋਂ ਹੁੰਦਾ ਸੀ 10ਵੀਂ ਕੀਤੀ ਨਹੀਂ,
ਵੈਸੇ ਤਾਂ ਮਿਡਲ ਹੀ ਬੜੀ ਹੁੰਦੀ ਸੀ, ਪਰ 10ਵੀਂ ਕੀਤੀ ਨਹੀਂ ਤੇ ਚਲੋ ਆਪਣੇ ਕਾਰੋਬਾਰ 'ਚ ਜਾ ਕੇ ਵੜ ਜਾਓ। ਤੇ ਉਹਨਾਂ ਦਾ ਇਹ ਹੁੰਦਾ ਸੀ। ਤੇ ਜ਼ਿਮੀਂਦਾਰ ਤਾਂ ਬਿਲਕੁਲ ਪੜ੍ਹਾਈ ਵਾਲੇ ਪਾਸੇ ਖਿਆਲ ਹੀ ਨਹੀਂ ਸੀ ਕਰਦੇ। ਇਹ ਬਿਲਕੁਲ ਹੀ ਪੜ੍ਹਨਾ ਪਸੰਦ ਹੀ ਨਹੀਂ ਸੀ ਕਰਦੇ, ਤੇ ਨਾ ਹੀ ਉਹ ਸਿੱਖੀ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੁੰਦੇ ਸਨ, ਤੇ ਨਾ ਸਿੱਖੀ ਸਮਝਦੇ ਸਨ। ਤੇ ਜੇ ਇਹੋ ਜਿਹਾ ਹਾਲ ਰਿਹਾ ਤੇ ਖਾਲਸਾ ਕਾਲਜ ਨਾ ਬਣਿਆ, ਤਾਂ ਫਿਰ ਭਾਈ ਗੁਰਮੁਖ ਸਿੰਘ ਜੀ ਨੇ ਲਿਖਿਆ ਵੀ ਕਿਸੇ ਦਿਨ ਸ਼ਹਿਰਾਂ ਵਿੱਚ ਤਾਂ ਸਿੱਖੀ ਬਿਲਕੁਲ ਹੀ ਗਾਇਬ ਹੋ ਜਾਏਗੀ, ਦੂਰ ਹੋ ਜਾਏਗੀ। ਪਿੰਡਾਂ ਵਿੱਚ ਸਭ ਸਿੱਖੀ ਤੋਂ ਹਟ ਜਾਣਗੇ, ਸਿੱਖ ਦੂਰ ਹੋ ਜਾਣਗੇ। ਖਾਲਸਾ ਕਾਲਜ ਬਣਨ ਨਾਲ ਸਿੱਖਾਂ ਵਿੱਚ ਵਿੱਦਿਆ ਦਾ ਪ੍ਰਚਾਰ ਹੋਵੇਗਾ, ਧਰਮ ਦੀ ਸਿੱਖਿਆ ਵੀ ਹੋਵੇਗੀ। ਇਸ ਕਾਲਜ ਦੇ ਬਣਨ ਤੋਂ ਬਿਨਾਂ ਖਾਲਸੇ ਦਾ ਬੜਾ ਨੁਕਸਾਨ ਹੋਵੇਗਾ। ਇਹ ਉਹਨਾਂ ਨੇ ਲੇਖ ਜਿਹੜੇ ਸੀ ਲਿਖੇ, ਮੈਂ ਉਹਦੇ 'ਚੋਂ ਕੁਛ ਹਵਾਲਾ ਜਿਹਾ ਆਪ ਜੀ ਦੇ ਨਾਲ ਇੱਕ ਪੈਰਾਗ੍ਰਾਫ ਦੇ ਵਿੱਚ, ਜਿਹੜਾ ਗੁਰਮੁਖੀ ਅਖਬਾਰ 10 ਮਾਰਚ 1883 ਦੇ ਵਿੱਚ ਪੇਜ ਨੰਬਰ 2 ਤੇ 3 ਵਿੱਚ ਲਿਖੇ ਹੋਏ ਲੇਖ ਵਿੱਚੋਂ ਕੁਝ ਕੁ ਸਤਰਾਂ ਜਿਹੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ। ਤੇ ਇਸ ਲੇਖ ਦਾ ਜਦੋਂ ਪੜ੍ਹਿਆ ਸਿੱਖਾਂ ਨੇ, ਉਹਨਾਂ ਤੇ ਇੱਕ ਜਿਵੇਂ ਜਾਦੂ ਕਲਾ ਵਰਤਦੀ ਹੈ, ਇਸ ਤਰ੍ਹਾਂ ਅਸਰ ਹੋਇਆ। ਸਿੱਖ ਅਮੀਰਾਂ ਦਾ ਜਿਹੜਾ ਝੁਕਾਅ ਸੀ, ਸਿੱਖ ਰਈਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ 'ਚ ਕੰਵਰ ਬਿਕਰਮ ਸਿੰਘ ਜੀ ਕਪੂਰਥਲਾ, ਇਸ ਵੇਲੇ ਸਿੱਖਾਂ ਵਿੱਚ ਨਵੀਂ ਰੋਸ਼ਨੀ ਦੇ ਅਨੁਸਾਰ ਵਿੱਦਿਆ ਪ੍ਰਚਾਰ ਕਰਨ ਲਈ ਸਭ ਤੋਂ ਵੱਡੇ ਮੋਢੀ ਸਨ। ਸਰ ਬਿਕਰਮ ਸਿੰਘ, ਜਿਨ੍ਹਾਂ ਦਾ ਜ਼ਿਕਰ ਮੈਂ ਪਿੱਛੇ ਵੀ ਕਰ ਚੁੱਕਾ ਹਾਂ। ਉਹਨਾਂ ਦੀ ਪ੍ਰੇਰਨਾ ਨਾਲ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਆਗੂ ਵੀ ਇਸ ਪਾਸੇ ਨੂੰ ਤੁਰਨੇ ਸ਼ੁਰੂ ਹੋ ਗਏ। ਬਾਬਾ ਖੇਮ ਸਿੰਘ ਬੇਦੀ, ਬਾਬਾ ਸਮੇਰ ਸਿੰਘ ਜੀ ਮਹੰਤ ਪਟਨਾ ਸਾਹਿਬ, ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਮੈਂਬਰ ਹੀ ਬਣ ਗਏ। ਇਹ ਜਿਹੜੇ ਸੀ ਲਾਹੌਰ ਦੇ ਸਿੰਘ ਸਭਾ, ਜਿਹੜੇ ਲਾਹੌਰ ਦੇ ਮੈਂਬਰ ਬਣ ਗਏ। ਇਹਨਾਂ ਦਿਨਾਂ 'ਚ ਹੀ ਭਾਈ ਗੁਰਮੁਖ ਸਿੰਘ ਨੇ ਸਰਦਾਰ ਅਤਰ ਸਿੰਘ ਜੀ ਭਦੌੜ ਨੂੰ, ਜੋ ਸਮੇਂ ਸੈਯਦ ਮੁਹੰਮਦ ਹਸਨ ਵਜ਼ੀਰ ਆਜ਼ਮ ਪਟਿਆਲਾ ਨਾਲ ਥੋੜ੍ਹੀ ਜਿਹੀ ਅਣਬਣ ਹੋਣ ਕਰਕੇ ਲੁਧਿਆਣੇ ਰਹਿੰਦੇ ਸਨ, ਉਹਨਾਂ ਨੂੰ ਲਾਹੌਰ ਪਹੁੰਚਣ ਦੇ ਲਈ ਬੇਨਤੀ ਕੀਤੀ। ਰਈਸ ਸਨ, ਅਮੀਰ ਸਨ, ਚੰਗਾ ਰਸੂਖ ਸੀ। ਇਹ ਸਰਦਾਰ ਹੋਰੀ ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਸਨ, ਪੜ੍ਹੇ ਲਿਖੇ ਚੰਗੇ ਵਿਦਵਾਨ ਸਨ। ਸਰ ਅਤਰ ਸਿੰਘ ਜੀ ਰਈਸ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਸਰਕਾਰੀ ਦਰਬਾਰੇ 'ਚ ਚੰਗਾ ਰਸੂਖ ਸੀ ਉਹਨਾਂ ਦਾ। ਤੇ ਜਦੋਂ ਇਹੋ ਜਿਹੇ ਬੰਦੇ ਸ਼ਾਮਲ ਕਿਸੇ ਲਹਿਰ 'ਚ ਹੋਣਗੇ ਤਾਂ ਉਹਨੂੰ ਬੜਾ ਹੁਲਾਰਾ ਮਿਲਦਾ ਹੈ। ਜਿਹੜੇ ਵਿਦਵਾਨ ਵੀ ਹੋਣ ਤੇ ਜਿਨ੍ਹਾਂ ਦਾ ਸਮਾਜ ਵਿੱਚ ਵੀ ਰਸੂਖ ਹੋਵੇ ਤੇ ਸਰਕਾਰੀ ਦਰਬਾਰੇ ਵੀ ਉਹਨਾਂ ਦੀ ਪਹੁੰਚ ਹੋਵੇ, ਵਾਕਫੀਤ ਹੋਵੇ, ਇੱਕ ਨਵਾਂ ਹੁਲਾਰਾ ਮਿਲਦਾ ਹੈ। ਇੱਥੋਂ ਸਾਨੂੰ ਕੋਈ ਸਿੱਖਣਾ ਵੀ ਚਾਹੀਦਾ ਹੈ ਵੀ ਅਸੀਂ ਕੇਵਲ ਵਿਦਵਤਾ ਦੀਆਂ ਗੱਲਾਂ ਲੈਕਚਰਬਾਜ਼ੀ ਦੇ ਵਿੱਚ ਪੈ ਕੇ ਇਹ ਨਾ ਵੀ ਸੰਬੰਧ ਸਮਾਜ ਨਾਲ ਸੰਬੰਧ ਹੀ ਬਣਾਉਣੇ ਦੂਰ ਕਰ ਦਈਏ। ਕਈ ਵਾਰ ਅਸੀਂ ਕਹਿੰਦੇ ਜੀ ਅਸੀਂ ਕੀ ਲੈਣਾ ਜੀ, ਛੱਡੋ, ਜੋ ਕਰਦੇ ਕਰੀ ਜਾਣ ਦਿਓ, ਸਾਨੂੰ ਕੀ। ਇਹ ਸਾਨੂੰ ਕੀ ਨੇ ਕੌਮ ਨੂੰ ਬੜਾ ਨੁਕਸਾਨ ਪਹੁੰਚਾਇਆ। ਜੇ ਥੋੜ੍ਹੀ ਬਹੁਤੀ ਨੇੜਤਾ ਕਰਕੇ ਅਸੀਂ ਕੁਛ ਕੌਮ ਦੇ ਲਈ ਕਰ ਸਕਦੇ ਹਾਂ ਤਾਂ ਫਿਰ ਸਾਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਬਣਦਾ ਹੈ। ਜੇ ਸਰਦਾਰ ਅਤਰ ਸਿੰਘ ਜੀ ਦਾ, ਜਿਨ੍ਹਾਂ ਦਾ ਜ਼ਿਕਰ ਮੈਂ ਕਰ ਰਿਹਾ ਹਾਂ, ਇਹਨਾਂ ਦੀ ਸਰਕਾਰੀ ਦਰਬਾਰੇ ਚੰਗੀ ਰਸੂਖ ਸੀ, ਚੰਗੀ ਪਹੁੰਚ ਸੀ। ਤੇ ਇਹ ਜਿਹੜੇ ਸੀ ਜਦੋਂ ਲਾਹੌਰ ਵਿੱਚ ਪਹੁੰਚੇ ਤਾਂ ਇਹਨਾਂ ਨੂੰ ਸਿੰਘ ਸਭਾ ਦਾ ਪ੍ਰਧਾਨ ਜਿਹੜਾ ਸੀ ਉਹ ਬਣਾਇਆ ਗਿਆ, ਸਰ ਅਤਰ ਸਿੰਘ ਜੀ ਨੂੰ। ਇਸ ਤਰ੍ਹਾਂ ਇਹਨਾਂ ਦੇ ਸ਼ਾਮਲ ਹੋਣ ਦੇ ਨਾਲ ਜਿਹੜੀ ਸਿੱਖ ਵਿਦਿਅਕ ਲਹਿਰ ਸੀ, ਕਿਉਂਕਿ ਵਿਦਵਾਨ ਸਨ ਬਹੁਤ ਸੰਸਕ੍ਰਿਤ ਦੇ, ਤੇ ਜਿਹੜੀ ਸਿੱਖ ਵਿਦਿਅਕ ਲਹਿਰ ਸੀ ਉਹਨੂੰ ਹਰ ਪਾਸਿਓਂ ਮਦਦ ਮਿਲਣੀ ਵੀ ਸ਼ੁਰੂ ਹੋ ਗਈ। ਜਦੋਂ ਕੋਈ ਇਹੋ ਜਿਹੇ ਬੰਦੇ ਜਿਨ੍ਹਾਂ ਦਾ ਅਸਰ ਹੋਵੇ ਤਾਂ ਉਹਨਾਂ ਨੂੰ ਦੇਖ ਕੇ ਹੋਰ ਬੰਦੇ ਵੀ ਸ਼ਾਮਲ ਹੋ ਜਾਂਦੇ ਆ। ਇਹ ਆਮ ਤੌਰ ਤੇ ਹੈ ਹੀ ਹੈ, ਰਿਵਾਜ ਹੈ ਵੀ ਇੱਕ ਰੀਤ ਬਣੀ ਹੋਈ ਹੈ। ਰਸੂਖ ਵਾਲੇ ਬੰਦਿਆਂ ਦੇ ਮਗਰ ਹੋਰ ਬੰਦੇ ਵੀ ਉਸ ਲਹਿਰ ਵਿੱਚ ਸ਼ਾਮਲ ਹੋ ਜਾਂਦੇ ਹਨ। ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਕੇਵਲ ਸ਼ਾਮਲ ਹੀ ਨਹੀਂ ਹੋਏ, ਇਹਨਾਂ ਦੇ ਸ਼ਾਮਲ ਹੋਣ ਦੇ ਨਾਲ ਆਰਥਿਕ ਸਹਾਇਤਾ ਮਿਲਣੀ ਵੀ ਸ਼ੁਰੂ ਹੋ ਗਈ। ਤੇ ਜਿਹੜੇ ਰਸਤੇ ਵਿੱਚ ਟੋਏ ਟਿੱਬੇ ਬੜੇ ਹੋਏ ਸਨ, ਇਹਨਾਂ ਟੋਇਆ ਟਿੱਬਿਆਂ ਤੋਂ ਵੱਧ ਕੇ ਅੱਗੇ ਕਦਮ ਵਧਾਉਣ ਦਾ ਜਿਹੜਾ ਸੀ ਮੌਕਾ ਸੀ, ਇੱਕ ਸਿੰਘ ਸਭਾਈਆਂ ਨੂੰ ਮਿਲ ਗਿਆ। ਅੱਗੇ ਹੈ ਵਿਕਾਸ ਸਿੰਘ ਸਭਾ ਦਾ, ਤੇ ਉਹਦੇ ਵਿੱਚ ਕੀ ਚੇਂਜ ਆਈਆਂ, ਪਰਿਵਰਤਨ ਕੀ ਆਏ, ਉਸ ਪਾਸੇ ਨੂੰ ਥੋੜਾ ਜਿਹਾ ਖਿਆਲ ਰੱਖਣ ਦੀ ਲੋੜ ਹੈ। ਸ਼ੁਰੂ ਦੇ ਵਿੱਚ ਸਿੰਘ ਸਭਾ ਅੰਮ੍ਰਿਤਸਰ ਤੇ ਸਿੰਘ ਸਭਾ ਲਾਹੌਰ ਦੋਨੇ ਇੱਕੋ ਸਨ ਸ਼ੁਰੂ ਦੇ ਵਿੱਚ, ਪਰ ਪਿੱਛੋਂ ਜਿਵੇਂ ਜਿਵੇਂ ਸਿੰਘ ਸਭਾ ਲਹਿਰ ਦਾ ਵਿਕਾਸ ਹੁੰਦਾ ਗਿਆ, ਬਾਅਦ ਦੇ ਵਿੱਚ ਤਿਵੇਂ ਇਹਨਾਂ ਦੀਆਂ ਮੋਢੀਆਂ ਦੇ ਵਿੱਚ ਵੀ ਏਕਤਾ ਦੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ, ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ। ਇਸ ਲਹਿਰ ਦੇ ਪ੍ਰਭਾਵ ਹੇਠ ਵੱਖ-ਵੱਖ ਜਥੇਬੰਦੀਆਂ ਬਣ ਕੇ
ਕੁਝ ਤਬਦੀਲੀ ਸਮਾਜ ਵਿੱਚ ਆਉਣੀ ਸ਼ੁਰੂ ਹੋਈ। ਸਿੱਖ ਸਮਾਜ ਵਿੱਚ ਤਬਦੀਲੀ ਆਉਣੀ ਤਾਂ ਸ਼ੁਰੂ ਹੋਈ। ਵਿਕਾਸ ਤੇ ਪ੍ਰਬੰਧਨ ਦੀ ਜਿਹੜੀ ਰੂਪ ਰੇਖਾ ਸੀ ਉਹ ਜਿਹੜੀ ਹੋਈ, ਉਹਦਾ ਅਸੀਂ ਵਰਣਨ ਆਪ ਜੀ ਨਾਲ ਕਰ ਰਿਹਾ ਹਾਂ ਵੀ ਕੀ ਚੇਂਜਸ ਸੀਗੀਆਂ, ਕਿਸ ਤਰ੍ਹਾਂ ਹੋਈਆਂ। ਸਭ ਤੋਂ ਪਹਿਲਾਂ ਸੀ ਪੁਜਾਰੀਆਂ ਦਾ ਸੁਧਾਰ। ਸੰਨ 1880 ਦੇ ਵਿੱਚ ਜਿਹੜੀਆਂ ਉਸ ਸਮੇਂ ਦੀਆਂ ਰਿਪੋਰਟਾਂ ਦੱਸਦੀਆਂ ਹਨ, ਪਤਾ ਲੱਗਦਾ ਹੈ ਉਸ ਸਮੇਂ ਦੀਆਂ ਰਿਪੋਰਟਾਂ ਤੋਂ ਕਿ ਸਿੰਘ ਸਭਾ ਲਾਹੌਰ ਦਾ ਪੰਥਕ ਸੁਧਾਰਾਂ ਦੇ ਨਾਲ ਗੁਰਦੁਆਰਿਆਂ ਦੇ ਪੁਜਾਰੀਆਂ ਦਾ ਸੁਧਾਰ ਕਰਨਾ ਸੀ। ਇੱਕ ਕੰਮ ਉਹਨਾਂ ਨੇ ਆਪਣੇ ਜ਼ਿੰਮੇ ਇਹ ਵੀ ਲਿਆ। ਫਿਰ ਬੇਨਤੀ ਕਰਦੇ ਹਾਂ ਵੀ ਜਦ ਤੱਕ ਗੁਰਦੁਆਰੇ ਦਾ ਪੁਜਾਰੀ, ਜਿਹਨੂੰ ਅੱਜ ਕਥਾਵਾਚਕ ਜਾਂ ਕੀਰਤਨੀਆ ਜਾਂ ਗ੍ਰੰਥੀ ਅਸੀਂ ਕਹਿ ਦਿੰਦੇ ਹਾਂ, ਇਹ ਗੁਰਮਤਿ ਦਾ ਜਾਣਕਾਰ ਨਹੀਂ ਹੈ, ਸਿੱਖੀ ਨੂੰ ਪੱਕੇ ਪੈਰਾਂ ਤੇ ਖੜਾ ਨਹੀਂ ਕੀਤਾ ਜਾ ਸਕਦਾ। ਅੱਜ ਵੀ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ, ਕਿਉਂਕਿ ਇੱਕ ਪ੍ਰਚਾਰਕ ਜੋ ਇੱਕ ਦਿਨ ਗਿਆ, ਆਪਣੇ ਗੱਲ ਸਿਧਾਂਤ ਦੀ ਕਰਕੇ ਆ ਗਿਆ, ਤੇ ਮਹੀਨਾ ਦੂਜੇ ਜਿਹੜੇ ਉੱਥੋਂ ਦੇ ਗ੍ਰੰਥੀ ਉਹਨਾਂ ਨੇ ਉਹਦੇ ਤੇ ਪੋਚਾ ਹੀ ਫੇਰਦੇ ਰਹੇ, ਤਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੋਈ ਇੱਕ ਲੈਕਚਰ ਨਾਲ ਨਹੀਂ ਹੋ ਸਕਦਾ। ਜ਼ਰੂਰੀ ਹੈ ਕਿ ਜਿਹੜੇ ਗੁਰਦੁਆਰਿਆਂ ਦੇ ਪਰਮਾਨੈਂਟ ਪੱਕੇ ਗ੍ਰੰਥੀ ਸਿੰਘ ਹਨ, ਜਾਂ ਕਥਾਕਾਰ ਹਨ, ਜਾਂ ਵਿਦਵਾਨ ਹਨ, ਜਾਂ ਕੀਰਤਨੀਏ ਸਿੰਘ ਹਨ, ਉਹਨਾਂ ਨੂੰ ਕਮ ਸੇ ਕਮ ਸਾਨੂੰ ਗੁਰਮਤਿ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਦੇਣੀ ਚਾਹੀਦੀ ਹੈ। ਜੇ ਉਹ ਦੂਜੇ ਤਰ੍ਹਾਂ ਦੇ ਵਿਚਾਰਾਂ ਦੇ ਹੋਣਗੇ ਤਾਂ ਉੱਥੇ ਸਿੱਖੀ ਦਾ ਫੈਲਾਅ ਜਿਹੜਾ ਹੈ ਉਹ ਨਹੀਂ ਹੋ ਸਕਦਾ। ਤਾਂ ਸਿੰਘ ਸਭਾ ਲਹਿਰ ਨੇ ਇਹ ਜਿਹੜਾ ਕੰਮ ਸੋਚਿਆ ਵੀ ਜਦ ਤੱਕ ਗੁਰਦੁਆਰਿਆਂ ਦੇ ਪੁਜਾਰੀਆਂ ਦਾ ਸੁਧਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਲਹਿਰ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਨਹੀਂ ਵਧਾ ਸਕਦੇ। ਤਾਂ ਉਸ ਪੰਥਕ ਮਰਿਆਦਾ ਨੂੰ ਉਸ ਵੇਲੇ ਵਿਗਾੜਨ ਵਾਲੇ ਗੁਰਦੁਆਰੇ ਦੇ ਪੁਜਾਰੀ ਜ਼ਿੰਮੇਵਾਰ ਸਨ। ਅੱਜ ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਤੇ ਜਦੋਂ ਰਹਿਤ ਮਰਿਆਦਾ ਦੀ ਗੱਲ ਕਰਕੇ ਅਸੀਂ ਰਹਿਤ ਮਰਿਆਦਾ ਮੁਤਾਬਕ ਜਨਮ ਤੋਂ ਲੈ ਕੇ ਮ੍ਰਿਤਕ ਤੱਕ ਸੰਸਕਾਰ ਕਰਨ ਲੱਗਦੇ ਹਾਂ, ਤੇ ਗ੍ਰੰਥੀ ਸਿੰਘ ਜੀ ਆ ਕੇ ਢਿੱਕਾ ਪਾ ਦਿੰਦੇ ਨੇ, ਜਿਹਨੂੰ ਨਹੀਂ ਜੀ ਨਹੀਂ ਇਸ ਤਰ੍ਹਾਂ ਚੱਲਦਾ, ਏਦਾਂ ਹੀ ਰਵਾਇਤ ਏਦਾਂ ਹੀ ਚੱਲੇਗਾ ਜੀ। ਤਾਂ ਘਰ ਦੇ ਜਿਹੜੇ ਹੁੰਦੇ ਨੇ ਮੈਂਬਰ, ਉਹ ਉਸ ਵੇਲੇ ਉਹਦਾ ਪ੍ਰਭਾਵ ਜ਼ਿਆਦਾ ਕਬੂਲਦੇ ਆ। ਤੁਸੀਂ ਦੇਖੋਗੇ ਜਿੰਨੀਆਂ ਕੁਰੀਤੀਆਂ ਅੱਜ ਸਾਡੇ ਜਨਮ ਸੰਸਕਾਰ ਤੇ, ਮ੍ਰਿਤਕ ਸੰਸਕਾਰ ਤੇ, ਆਨੰਦ ਸੰਸਕਾਰ ਤੇ ਹੁੰਦੀਆਂ ਨੇ, ਇੰਨੀਆਂ ਕੁਰੀਤੀਆਂ ਰਹਿਤ ਮਰਿਆਦਾ ਤੋਂ ਬਿਲਕੁਲ ਹੀ ਉਲਟ ਅਸੀਂ ਕਹਿੰਦੇ ਹਾਂ ਵੀ ਇਹ ਸਾਰੇ ਸੰਸਕਾਰ ਅਸੀਂ ਕਰ ਰਹੇ ਹਾਂ। ਜੋ ਕਿਸੇ ਨੇ ਕਿਹਾ ਅਸੀਂ ਕਰਤਾ, ਕਿਸੇ ਨੇ ਕਿਹਾ ਇਹਦੀ ਕਪਾਲ ਕਿਰਿਆ ਕਰ ਦਿਓ, ਅਸੀਂ ਕਪਾਲ ਕਿਰਿਆ ਕਰ ਦਿੱਤੀ। ਮ੍ਰਿਤਕ ਪਰਾਈ ਸੜ ਰਿਹਾ, ਇਹਦੇ ਸਿਰ 'ਚ ਖੋਪੜੀ 'ਚ ਡੰਡਾ ਮਾਰ ਦਿਓ, ਡੰਡਾ ਮਾਰ ਕੇ ਪਿੱਛੇ ਨੂੰ ਸੁੱਟ ਦਿਓ, ਇਹਦੀ ਖੋਪੜੀ ਪਾੜ ਦਿਓ, ਅਸੀਂ ਉਹ ਵੀ ਕਰਤੀ। ਸਾਨੂੰ ਵੀ ਪਤਾ ਹੀ ਨਹੀਂ ਇਹਦਾ ਭਾਵ ਕੀ ਹੈ, ਮਤਲਬ ਕੀ ਹੈ, ਇਹ ਕਿਸ ਮਤ ਦੀ ਇਹ ਨਿਸ਼ਾਨੀ ਹੈ। ਪਰ ਕਿਉਂਕਿ ਗ੍ਰੰਥੀ ਸਿੰਘ ਨੂੰ ਸਮਝਾਉਣ ਵਾਲਿਆਂ ਨੂੰ ਇਹ ਨੌਲੇਜ ਨਹੀਂ, ਜੇ ਹੈ ਵੀ ਉਹ ਜਾਣ ਬੁੱਝ ਕੇ ਗੱਲ ਨਹੀਂ ਕਰਨਾ ਚਾਹੁੰਦੇ। ਸਾਰੇ ਨਹੀਂ ਗੱਲ ਕਰ ਰਿਹਾ, ਪਰ ਬਹੁਤ ਗਿਣਤੀ ਸਾਡੇ ਪ੍ਰਚਾਰ ਦੀ ਕਮੀ ਹੈ ਕਿ ਅਸੀਂ ਉਹਨਾਂ ਨੂੰ ਐਜੂਕੇਟ ਨਹੀਂ ਕਰ ਸਕੇ, ਉਹਨਾਂ ਨੂੰ ਅਸੀਂ ਉਹ ਸਿੱਖਿਆ ਨਹੀਂ ਦੇ ਸਕੇ, ਜਿਸ ਕਰਕੇ ਕੌਮ ਦੀ ਇਹ ਹਾਲਾਤ ਵਿੱਚ ਅਸੀਂ ਉਹਨਾਂ ਦਾ ਹੱਥ ਵੀ ਜਿਹੜਾ ਬਹੁਤ ਵੱਡਾ ਹੈ। ਤੋ ਪੰਥਕ ਮਰਿਆਦਾ ਜਦੋਂ ਵਿਗੜਦੀ ਹੈ, ਉਦੋਂ ਕੌਮਾਂ ਦਾ ਨਿਗਾਰ ਹੁੰਦਾ ਹੈ, ਕੌਮਾਂ ਪਿਛਾਂਹ ਨੂੰ ਚਲੀਆਂ ਜਾਂਦੀਆਂ ਹਨ, ਪੱਤਨ ਵਾਲੇ ਪਾਸੇ ਨੂੰ ਚਲੀਆਂ ਜਾਂਦੀਆਂ ਹਨ। ਸੁਧਾਰ ਆਰੰਭ ਕਿਵੇਂ ਹੋਵੇ, ਇਹ ਹੁਣ ਇੱਕ ਵੱਡਾ ਮਸਲਾ ਸੀ, ਕਿਉਂਕਿ ਜਿਹੜੀ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਬਹੁਤੇ ਪੁਜਾਰੀ ਵੀ ਸ਼ਾਮਲ ਸਨ। ਹੁਣ ਪੁਜਾਰੀ ਜਿਹੜੇ ਸਨ, ਉਹ ਜਿਹੜੇ ਦੇਹਧਾਰੀ ਮੱਥੇ ਵੀ ਟਿਕਾਉਂਦੇ ਸਨ, ਉਹ ਵੀ ਉਹਦੇ ਸ਼ਾਮਲ ਸਨ। ਭਾਈ ਗੁਰਮਤਿ ਸਿੰਘ ਹੋਰਾਂ ਨੂੰ ਜੋ ਇਸ ਸੁਧਾਰ ਦੇ ਮੋਢੀ ਸਨ, ਬੜੀ ਮੁਸ਼ਕਲ ਆਈ। ਉਹਨਾਂ ਦੇ ਸਾਹਮਣੇ ਬੜਾ ਔਖੀ ਘਾਟੀ ਜੀ ਆ ਕੇ ਖੜੀ ਹੋ ਗਈ। ਇੱਕ ਪਾਸੇ ਉਹ ਲੋਕ ਹਨ ਜਿਹੜੇ ਇਸ ਵਿੱਚ ਜੁੜੇ ਹੋਏ ਆ, ਦੂਜੇ ਪਾਸੇ ਇਹਨਾਂ ਨੂੰ ਦੇਹਧਾਰੀ ਪੂਜਾ ਕਰਾਉਣ ਵਾਲਿਆਂ ਨੂੰ ਕਿਵੇਂ ਪਾਸੇ ਕੀਤਾ ਜਾਵੇ, ਇਹ ਬੜਾ ਔਖਾ ਜਿਹਾ ਕੰਮ ਸੀ। ਤਾਂ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਇਕੱਠ ਇਸ ਸਮੇਂ ਗੁਰਦੁਆਰਾ ਜਨਮ ਸਥਾਨ, ਜਿਹੜਾ ਪਹਿਲਾਂ ਵੀ ਜ਼ਿਕਰ ਕੀਤਾ, ਚੂਨਾ ਮੰਡੀ ਲਾਹੌਰ, ਗੁਰੂ ਰਾਮਦਾਸ ਮਹਾਰਾਜ ਦਾ ਜਨਮ ਸਥਾਨ, ਉੱਥੇ ਹੁੰਦੇ ਸਨ। ਆਉਣ ਜਾਣ ਵਾਲੀਆਂ ਸੰਗਤਾਂ ਵੀ ਆਮ ਤੌਰ ਦੇ ਉੱਤੇ ਉਸ ਗੁਰਦੁਆਰੇ ਦੇ ਵਿੱਚ ਠਹਿਰਦੀਆਂ ਸਨ। ਸੰਗਤਾਂ ਦੀ ਆਵਾਜਾਈ ਵਧਣ ਦੇ ਨਾਲ ਪੁਜਾਰੀਆਂ ਨੂੰ ਕੁਝ ਜਿਹੜਾ ਸ਼ੱਕ ਜਿਹਾ ਪੈਣਾ ਸ਼ੁਰੂ ਹੋ ਗਿਆ। ਉਹਨਾਂ ਨੇ ਸਿੰਘ ਸਭਾ ਦੇ ਇਕੱਠ ਰੋਕਣ ਲਈ ਗੁਰਦੁਆਰੇ ਦੇ ਕਮਰਿਆਂ ਨੂੰ ਤਾਲੇ ਲਾ ਦਿੱਤੇ। ਸਾਡਾ ਕਿਤੇ ਇਹ ਸਿੰਘ ਸਭਾਈਏ ਇੰਨੇ ਹੈਵੀ ਹੋ ਗਏ ਤੇ ਸਾਡਾ ਹਲਵਾ ਮਾਂਡਾ ਹੀ ਬੰਦ ਨਾ ਹੋ ਜਾਏ। ਤਾਂ ਉਹਨਾਂ ਨੇ ਗੁਰਦੁਆਰੇ ਦੇ ਕਮਰਿਆਂ ਨੂੰ ਤਾਲੇ ਲਾਤੇ ਵੀ ਸੰਗਤਾਂ ਦਾ ਜ਼ਿਆਦਾ ਆਵਾਜਾਈ ਹੋ ਗਈ ਹੈ, ਇਹ ਨਾ ਹੋਵੇ ਕਿ ਸਾਨੂੰ ਇੱਥੋਂ ਕੱਢ ਦਿੱਤਾ ਜਾਏ।
ਉਹਨਾਂ ਨੇ ਗੁਰਦੁਆਰੇ ਦੇ ਕਮਰਿਆਂ ਨੂੰ ਤਾਲੇ ਲਾ ਦਿੱਤੇ। ਭਾਈ ਗੁਰਮੁਖ ਸਿੰਘ ਜੀ ਨੇ ਇਹ ਸਾਰਾ ਕੁਝ ਜੋ ਦੇਖਿਆ ਤਾਂ ਸਿੰਘ ਸਭਾ ਦਾ ਦਫ਼ਤਰ ਕਿਸੇ ਹੋਰ ਥਾਂ ਤੇ ਬਦਲਣ ਦਾ ਪ੍ਰਬੰਧ ਕਰ ਲਿਆ ਵੀ ਜੇ ਇਹ ਨਹੀਂ ਇਹਨਾਂ ਦੀ ਮਰਜ਼ੀ। ਪਰ ਜਦੋਂ ਪੁਜਾਰੀਆਂ ਨੇ ਦੇਖਿਆ ਕਿ ਉਹਨਾਂ ਦੀ ਸਾਰੀ ਆਮਦਨੀ ਬੰਦ ਹੋ ਜਾਏਗੀ ਜੇ ਇੱਥੋਂ ਦਫ਼ਤਰ ਚੇਂਜ ਹੋ ਗਿਆ, ਬਦਲ ਗਿਆ, ਕਿਸੇ ਹੋਰ ਥਾਂ ਤੇ ਚਲਾ ਗਿਆ, ਸਾਡਾ ਤਾਂ ਸਾਰਾ ਆਮਦਨੀ ਬੰਦ ਹੋ ਜਾਣੀ ਹੈ। ਤਾਂ ਉਹਨਾਂ ਨੇ ਜੇ ਗੁਰਦੁਆਰੇ ਕੋਲ ਮੱਥਾ ਟੇਕਣ ਹੀ ਨਹੀਂ ਆਏਗਾ ਤਾਂ ਆਮਦਨ ਕਿੱਥੋਂ ਹੋਏਗੀ? ਆਮਦਨ ਤਾਂ ਮੱਥਾ ਟੇਕਣ ਦੀ ਹੋਏਗੀ। ਉਹਨਾਂ ਨੇ ਆਪਣੇ ਆਪ ਹੀ ਉਹ ਝੁਕ ਗਏ ਤੇ ਗੁਰਦੁਆਰਿਆਂ ਦੇ ਦਰਵਾਜ਼ੇ ਜਿਹੜੇ ਸੀ ਕਮਰਿਆਂ ਦੇ ਤਾਲੇ ਲਾਏ ਸਨ ਉਹ ਖੋਲ ਦਿੱਤੇ ਤੇ ਭਾਈ ਸਾਹਿਬ ਤੋਂ ਲਿਖਤੀ ਤੌਰ ਤੇ ਮਾਫੀ ਵੀ ਮੰਗ ਲਈ। ਭਾਈ ਗੁਰਮੁਖ ਸਿੰਘ ਤੋਂ ਉਹਨਾਂ ਨੇ ਰਿਟਨ ਮਾਫੀ ਮੰਗੀ ਵੀ ਅਸੀਂ ਇਹ ਕੰਮ ਗਲਤ ਜਿਹੜਾ ਸੀ ਕੀਤਾ ਸੀ। ਇਸ ਤੋਂ ਅੱਗੇ ਵੱਡੀ ਸਿੰਘ ਸਭਾ ਦੀ ਬੁਨਿਆਦ ਜਿਹੜੀ ਬਣਦੀ ਹੈ ਅਪ੍ਰੈਲ 1880 ਦੇ ਵਿੱਚ 1980 ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਇੱਕ ਸਵਾਲ ਛਿੜਿਆ ਕਿ ਅੰਮ੍ਰਿਤਸਰ ਦੀ ਸਿੰਘ ਸਭਾ ਵੱਡੀ ਹੈ ਜਾਂ ਲਾਹੌਰ ਦੀ। ਇੱਕ ਸਵਾਲ ਐਵੇਂ ਇਹ ਹੁੰਦਾ ਹੀ ਹੈ ਜਦੋਂ ਸ਼ਰੀਕਾ ਜਿਹਨੂੰ ਕਹਿੰਦੇ ਨਾ ਸ਼ਰੀਕਾ ਹੋ ਜਾਂਦਾ ਹੈ। ਹਾਲਾਂ ਦੋਨਾਂ ਦਾ ਕੰਮ ਇੱਕੋ ਹੀ ਸੀ, ਪ੍ਰਚਾਰ ਪ੍ਰਸਾਰ ਦਾ, ਕੌਮ ਨੂੰ ਜਾਗਰਤੀ ਕਰਨ ਦਾ। ਪਰ ਅੰਦਰ ਜਿਹੜੀ ਹਉਮੈ ਆ ਨਾ ਇਹ ਭਾਵੇਂ ਜੋ ਮਰਜ਼ੀ ਅਸੀਂ ਕਹਿ ਲਈਏ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਹੈ। ਇੱਕ ਸਵਾਲ ਛੇੜ ਦਿੱਤਾ ਵੀ ਲਾਹੌਰ ਦੀ ਸਿੰਘ ਸਭਾ ਵੱਡੀ ਹੈ ਕਿ ਅੰਮ੍ਰਿਤਸਰ ਦੀ ਵੱਡੀ ਹੈ। ਬਾਬਾ ਖੇਮ ਸਿੰਘ ਜੀ ਬੇਦੀ ਦੇ ਮੁਤਾਬਕ ਤਾਂ ਅੰਮ੍ਰਿਤਸਰ ਦੀ ਸਿੰਘ ਸਭਾ ਵੱਡੀ ਸੀ ਤੇ ਭਾਈ ਗੁਰਮੁਖ ਸਿੰਘ ਜੀ ਦੇ ਮੁਤਾਬਕ ਲਾਹੌਰ ਦੀ ਸਿੰਘ ਸਭਾ ਜਿਹੜੀ ਸੀ ਉਹ ਜ਼ਿਆਦਾ ਵੱਡੀ ਸੀ ਕਿਉਂਕਿ ਉੱਥੇ ਉਹਨੇ ਕੰਮ ਜ਼ਿਆਦਾ ਕੀਤੇ ਸਨ। ਅਖੀਰ ਦੋਵਾਂ ਧਿਰਾਂ ਵੱਲੋਂ ਕਹਿੰਦੇ ਨੇ ਅੰਤਮ ਫੈਸਲਾ ਕਰਨ ਦੇ ਲਈ 11 ਅਪ੍ਰੈਲ ਦੀ 1880 ਦੀ ਤਰੀਕ ਜਿਹੜੀ ਸੀ ਉਹ ਨਿਸ਼ਚਿਤ ਕੀਤੀ ਗਈ। ਕੌਮਾਂ ਦੇ ਵਿੱਚ ਵੰਡੀ ਬੜੀ ਮਾੜੀ ਹੁੰਦੀ ਹੈ ਔਰ ਕਈ ਵਾਰੀ ਚੰਗੀਆਂ ਲਹਿਰਾਂ ਵਿੱਚ ਵੀ ਫੁੱਟ ਪੈਦਾ ਹੋ ਜਾਂਦੀ ਹੈ। ਇਹਦੇ 'ਚ ਮਿਸ਼ਨਰੀ ਕਾਲਜ ਲਹਿਰਾਂ ਵੀ ਨਹੀਂ ਸੀ ਬਚੀਆਂ। ਮੈਂ ਵੀ ਬੇਨਤੀ ਕਰਦਿਆਂ ਕਿ ਠੀਕ ਹੈ ਕਿ ਹੁਣ 40-42 ਸਾਲ ਤੋਂ ਕੰਮ ਬੜਾ ਵਧੀਆ ਚੱਲ ਰਿਹਾ ਹੈ ਪਰ ਉਦੋਂ ਇਹ ਲਹਿਰ ਜਿਵੇਂ ਜੋਬਨ ਤੇ ਸੀ, ਅਗਰ ਉੱਥੇ ਉਸੇ ਤਰ੍ਹਾਂ ਰਹਿੰਦੀ ਤੇ ਅੱਜ ਕੌਮ ਦੀ ਮੂਰਤ ਕਿਸੇ ਨਾ ਹੋਰ ਤਰ੍ਹਾਂ ਦੀ ਹੁੰਦੀ। ਕਿਉਂਕਿ ਮੈਨੂੰ ਯਾਦ ਹੈ 1979 ਦਾ ਉਹ ਦਿਹਾੜੇ ਜਦੋਂ ਅਸੀਂ ਗੋਇੰਦਵਾਲ ਦੀ ਧਰਤੀ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ 500 ਸਾਲਾ ਆਗਮਨ ਪੁਰਬ ਤੇ ਗਏ। ਉਸ ਵੇਲੇ ਜੋ ਅਸੀਂ ਲਹਿਰ ਦਾ ਚੜਾਅ ਦੇਖਿਆ ਸੀ ਉਸ ਨੂੰ ਦੁਬਾਰਾ ਕਾਇਮੀ ਕਰਨ ਲਈ ਬਹੁਤ ਸਾਲ ਹੋਰ ਲੱਗ ਗਏ ਕਿਉਂਕਿ 1980 ਦੇ ਵਿੱਚ ਇਹਨਾਂ ਵਿੱਚ ਵੀ ਆਪਸੀ ਮਤਭੇਦ ਜਿਹੜੇ ਸਨ ਹੋ ਗਏ। ਖੈਰ ਇਹ ਕੌਮ ਲਈ ਬੜਾ ਨੁਕਸਾਨਦੇਹ ਸਾਬਤ ਹੁੰਦਾ। ਜਿਹੜਾ ਮੇਰਾ ਸਬਜੈਕਟ ਹੈ ਵੀ ਸਿੰਘ ਸਭਾ ਦਾ ਵੀ ਕੌਮਾਂ ਵਿੱਚ ਜਦੋਂ ਆਗੂਆਂ ਵਿੱਚ ਮਤਭੇਦ ਹੋ ਜਾਂਦੇ ਹਨ ਜਿਹੜੇ ਧਰਮ ਪ੍ਰਚਾਰ ਦੇ ਵਿੱਚ ਮੋਢੀ ਹੋਣ ਤਾਂ ਇਹ ਕੌਮਾਂ ਦੇ ਲਈ ਸੱਚਮੁੱਚ ਇੱਕ ਖੱਫਣ ਜਿਹੜਾ ਜੇ ਲਫ਼ਜ਼ਾਂ 'ਚ ਵਰਤ ਰਿਹਾ ਔਖਾ ਸ਼ਬਦ ਹੈ, ਖੱਫਣ ਦਾ ਕੰਮ ਹੀ ਕਰਦਾ ਹੈ ਕਿਉਂਕਿ ਕੌਮਾਂ ਨੂੰ ਬਹੁਤ ਵੱਡੀ ਸੱਟ ਜਿਹੜੀ ਹੈ ਇਹ ਵੱਜਦੀ ਹੈ। ਤਾਂ ਦੋਨਾਂ ਨੇ 11 ਅਪ੍ਰੈਲ ਦੀ ਇੱਕ ਡੇਟ ਫਿਕਸ ਕਰ ਲਈ, ਤਰੀਕ ਕਰ ਲਈ ਵੀ ਅਸੀਂ ਬੈਠ ਕੇ ਇਸ ਗੱਲ ਦੀ ਵਿਚਾਰ ਕਰ ਲਈਏ। ਦੋਵਾਂ ਸਭਾਵਾਂ ਦੀ ਨਿਗਰਾਨੀ ਵਾਸਤੇ ਇੱਕ ਵੱਡੀ ਜਨਰਲ ਬਾਡੀ ਬਣਾਈ ਗਈ। ਲਾਹੌਰੋਂ ਇਸ ਇਕੱਠ ਵਿੱਚ ਭਾਈ ਗੁਰਮੁਖ ਸਿੰਘ ਜੀ, ਭਾਈ ਹਰਸਾ ਸਿੰਘ ਜੀ, ਭਾਈ ਗੁਰਦਿੱਤ ਸਿੰਘ ਜੀ ਇਹ ਸੱਜਣ ਸ਼ਾਮਿਲ ਹੋਏ। ਹੋਰ ਵੀ ਸੱਜਣ ਸਨ ਲੇਕਿਨ ਜਿਹੜੇ ਨਾਂ ਥੋੜ੍ਹੇ ਬਹੁਤੇ ਮੈਨੂੰ ਯਾਦ ਨੇ ਮੈਂ ਉਹ ਇਹਦਾ ਜ਼ਿਕਰ ਕਰ ਰਿਹਾ ਹਾਂ। ਸਰਬਸੰਮਤੀ ਨਾਲ ਫੈਸਲਾ ਹੋਣ ਤੇ ਦੋਵਾਂ ਸਭਾਵਾਂ ਵਿੱਚੋਂ ਕੁਝ ਮੈਂਬਰ ਇਸ ਸਭਾ ਵਿੱਚ ਲੈ ਗਏ ਤੇ ਆਪਸੀ ਇੱਕ ਐਗਰੀਮੈਂਟ ਜਿਹਨੂੰ ਕਹਿ ਲਈਏ, ਇਕਰਾਰ ਜਿਹਨੂੰ ਕਹਿ ਲਈਏ, ਕੀਤਾ ਗਿਆ ਕਿ ਹਰ 6 ਮਹੀਨਿਆਂ ਤੋਂ ਬਾਅਦ ਇਹ ਸਭਾ ਜਿਹੜੀ ਦੋਨੇ ਸਪੀਕਰ ਹਨ ਉਹਨਾਂ ਦੇ ਦੋਨਾਂ ਸਪੀਕਰਾਂ ਦੀ ਜਿਹੜੀ ਆਪਸੀ ਤਾਲਮੇਲ ਕਰਾਏਗੀ ਤੇ ਦੋਨਾਂ ਦੇ ਆਪਸੀ ਤਾਲਮੇਲ ਦੇ ਨਾਲ ਇਹਨਾਂ ਦੇ ਕੰਮਾਂ ਦੀ ਪੜਤਾਲ ਕਰੇਗੀ ਤੇ ਜੇ ਕੋਈ ਅਦਲਾ ਬਦਲੀ ਦਾ ਕੰਮ ਹੋਏਗਾ ਤਾਂ ਉਹ ਵੱਡੀ ਸਭਾ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਕੀਤਾ ਜਾਏਗਾ। ਚੰਗਾ ਕੰਮ ਹੋ ਗਿਆ। ਇਸ ਤਰ੍ਹਾਂ ਇੱਕ ਵਾਰ ਫੇਰ ਆਪੋ ਵਿੱਚ ਸੁਲਹ ਸਫਾਈ ਹੋ ਗਈ ਤੇ ਨਾ ਹੀ ਉੱਦਾਂ ਦਾ ਕੋਈ ਮੁੜ ਕੇ ਇਕੱਠ ਹੋਇਆ ਤੇ ਨਾ ਹੀ ਸਿਵਾਏ ਕਾਗਜ਼ੀ ਕਾਰਵਾਈ ਦੇ ਹੋਰ ਕੋਈ ਨਤੀਜਾ ਜਿਹੜਾ ਸੀ ਨਾ ਨਿਕਲ ਸਕਿਆ। ਸਿਰਫ ਕਾਗਜ਼ੀ ਕਾਰਵਾਈ ਹੋਈ ਪਰ ਇਹ ਸੀ ਵੀ ਚਲੋ ਫਾਰ ਦੇ ਟਾਈਮਿੰਗ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਮੌਕੇ ਦੇ ਮੁਤਾਬਕ ਜਿਹੜਾ ਸੀ ਇਕੱਠ ਹੋ। ਅਪ੍ਰੈਲ 1882 ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵੱਲੋਂ
ਸਿੱਖ ਵਿਦਿਅਕ ਲਹਿਰ ਨੂੰ ਤੇਜ਼ ਕਰਨ ਦੇ ਇਰਾਦੇ ਦੇ ਨਾਲ ਸਰ ਚਾਰਲਸ ਐਚੀਸਨ ਲਾਰਡ ਸਾਹਿਬ ਨੂੰ ਸ਼ਾਹੀ ਦਰਬਾਰ ਦੇ ਮੌਕੇ ਤੇ ਇੱਕ ਮਾਨ ਪੱਤਰ ਦਿੱਤਾ ਗਿਆ, ਜਿਸ ਦਾ ਉੱਤਰ ਬੜਾ ਆਸ ਭਰਪੂਰ ਮਿਲਿਆ। ਇਸ ਸਮੇਂ ਦੇ ਵਿੱਚ ਹੋਰ ਰਾਜੇ ਮਹਾਰਾਜਾ ਸਮੇਤ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਵੀ ਲਾਹੌਰ ਆਏ ਹੋਏ ਸਨ। ਇਹ ਹੀਰਾ ਸਿੰਘ ਜੀ ਨਾਭਾ ਉਹੀ ਜਿਨ੍ਹਾਂ ਦਾ ਗੰਗਸਰ ਜੈਤੋ ਦੇ ਮੋਰਚੇ ਵਿੱਚ ਅਸੀਂ ਟਿੱਕਾ ਰਿਪੁਦਮਨ ਸਿੰਘ ਦਾ ਜ਼ਿਕਰ ਕੀਤਾ ਸੀ। ਉਹਨਾਂ ਦੇ ਵੱਡੇ ਵਡੇਰਿਆਂ ਦੇ ਵਿੱਚ ਹੀਰਾ ਸਿੰਘ ਜੀ ਨਾਭਾ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜੋ ਨਾਭਾ ਰਿਆਸਤ ਦੇ ਉਸ ਵੇਲੇ ਸਨ, ਮਾਲਕ ਸਨ ਜਾਂ ਕਰਤਾ ਧਰਤਾ ਸਨ, ਉਹ ਵੀ ਲਾਹੌਰ ਆਏ ਸਨ। ਭਾਈ ਗੁਰਮੁਖ ਸਿੰਘ ਜੀ ਨੇ ਪੰਥਕ ਸੁਧਾਰ ਦੀਆਂ ਜਿਹੜੀਆਂ ਔਕੜਾਂ ਸੀ ਉਹਨਾਂ ਦੇ ਸਾਹਮਣੇ ਰੱਖੀਆਂ ਵੀ ਇਹ ਲਹਿਰ ਅਸੀਂ ਚਲਾਉਣੀ ਹੈ ਤੇ ਇਹਦੇ 'ਚ ਇਹ ਮੁਸ਼ਕਿਲਾਂ ਸਾਨੂੰ ਆ ਰਹੀਆਂ ਹਨ, ਆਪਣੀਆਂ ਔਕੜਾਂ ਰੱਖੀਆਂ। ਮਹਾਰਾਜ ਜੀ ਨੇ 7000 ਰੁਪਏ ਜਿਹੜੇ ਸੀ ਉਹਨਾਂ ਨੂੰ ਦਿੱਤੇ ਤੇ ਹੋਰ ਸਹਾਇਤਾ ਦੇਣ ਦਾ ਵਚਨ ਵੀ ਕੀਤਾ। ਉਸ ਵੇਲੇ 7000 ਦੀ ਬਹੁਤ ਕੀਮਤ ਸੀ। ਅੱਜ ਤਾਂ ਸਾਨੂੰ 7000 ਇੱਕ ਮਖੌਲ ਜਿਹਾ ਲੱਗਦਾ। ਅੱਜ ਕੱਲ੍ਹ ਤਾਂ ਬੱਚੇ ਹੀ ਬਾਹਰ ਜਾ ਕੇ 7000 ਉਡਾ ਕੇ ਮਿੰਟ 'ਚ ਘਰ ਆ ਜਾਂਦੇ ਆ, ਪਰ ਉਸ ਵੇਲੇ 7000 ਦੀ ਬਹੁਤ ਜ਼ਿਆਦਾ ਕੀਮਤ ਸੀ। ਜੋ 7000 ਰੁਪਇਆ ਉਸ ਵੇਲੇ ਹੀਰਾ ਸਿੰਘ ਜੀ ਮਹਾਰਾਜ ਨਾਭਾ ਜੀ ਨੇ ਉੱਥੇ ਦਿੱਤਾ ਸਿੰਘ ਸਭਾ ਲਾਹੌਰ ਨੂੰ। ਤਾਂ ਸਿੰਘ ਸਭਾ ਦੇ ਪ੍ਰਚਾਰ ਲਈ ਇਹ ਰਕਮ ਦੇ ਨਾਲ ਅਗਲੇ ਸਾਲ ਹੀ 1883 ਦੇ ਵਿੱਚ ਖਾਲਸਾ ਪ੍ਰੈਸ ਲਗਾਇਆ ਗਿਆ। 1883 ਦੇ ਵਿੱਚ ਉਹ ਪੈਸਾ ਜਿਹੜਾ ਮਿਲਿਆ ਸੀ ਉਹਦੇ ਨਾਲ ਉਹਦੀ ਯੂਟਿਲਾਈਜੇਸ਼ਨ ਦੇਖੋ ਕਿੰਨੀ ਵਧੀਆ ਕੀਤੀ ਵੀ ਖਾਲਸਾ ਪ੍ਰੈਸ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇਸ ਤੋਂ ਬਾਅਦ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਗੱਲ ਹੁੰਦੀ ਹੈ, ਜਿਹੜੀ ਵੱਡੀ ਜਨਰਲ ਸਿੰਘ ਸਭਾ ਨੂੰ ਜੋ 1880 ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਲਾਹੌਰ ਦੀ ਏਕਤਾ ਦੀ ਲੜੀ ਵਿੱਚ ਪਰਾਉਣ ਵਾਸਤੇ ਕਾਇਮ ਕੀਤੀ ਗਈ ਸੀ, ਨਵੇਂ ਸਿਰੇ ਤੋਂ ਫਿਰ ਉਹਨੂੰ ਸੁਰਜੀਤ ਕਰਨ ਦੀ ਲੋੜ ਪੈ ਗਈ। 1883 ਵਿੱਚ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਪੁਰਾਣੇ ਜਿਹੜੇ ਕਰਮਚਾਰੀ ਸੀ ਉਹ ਬਦਲੇ ਗਏ ਤੇ ਫਿਰ ਬਸੰਤ ਪੰਚਮੀ ਦਾ ਜਿਹੜਾ ਦਿਹਾੜਾ ਸੀ ਉੱਥੇ ਇੱਕ ਇਕੱਠ ਹੋਇਆ। ਦੋਵਾਂ ਸਭਾਵਾਂ ਦੇ ਮਿਲਵਰਤਨ ਨਾਲ ਇਹ ਵੱਡੀ ਸਭਾ ਆਪਣੇ ਪੈਰਾਂ ਤੇ ਖੜੀ ਹੋਣ ਜੋਗੀ ਹੋ ਗਈ, ਜਿੱਥੇ ਦੋਨੇ ਸਭਾਵਾਂ ਜਿਹੜੀਆਂ ਸਨ ਮਿਲਵਰਤਨ ਨਾਲ। ਇਸ ਲਈ ਇਹਨੇ ਨਵਾਂ ਰੰਗ ਰੂਪ ਦੇ ਕੇ ਇਸਦਾ ਨਵਾਂ ਨਾਮ ਜਿਹੜਾ ਸੀ ਉਹ ਖਾਲਸਾ ਦੀਵਾਨ ਅੰਮ੍ਰਿਤਸਰ ਰੱਖਿਆ ਗਿਆ। ਸਿੱਖਾਂ ਦਾ ਇਹ ਸਭ ਤੋਂ ਪਹਿਲਾ ਦੀਵਾਨ ਸੀ ਜਾਂ ਇਹ ਸੰਸਥਾ ਸੀ ਜਿਹੜਾ ਖਾਲਸਾ ਦੀਵਾਨ ਅੰਮ੍ਰਿਤਸਰ। ਇਸ ਖਾਲਸਾ ਦੀਵਾਨ ਦੇ ਪਹਿਲੇ ਪ੍ਰਧਾਨ ਸਰਦਾਰ ਮਾਨ ਸਿੰਘ ਜੀ, ਜੋ ਦਰਬਾਰ ਸਾਹਿਬ ਸਰਬਰਾਹ ਸਨ, ਸਕੱਤਰ ਸਾਹਿਬ ਗਣੇਸ਼ਾ ਸਿੰਘ ਜੀ ਤੇ ਚੀਫ ਸਕੱਤਰ ਭਾਈ ਗੁਰਮੁਖ ਸਿੰਘ ਜੀ ਇਹ ਥਾਪੇ ਗਏ। ਪਿੱਛੋਂ ਗੁਜਦਰਾ ਬਦਲੀ ਤੇ ਪ੍ਰਧਾਨਗੀ ਦੀ ਪਦਵੀ ਤੇ ਸਰਦਾਰ ਠਾਕਰ ਸਿੰਘ ਸੰਧੇਵਾਲੀਆ ਜੀ ਨੂੰ ਵੀ ਦਿੱਤੀ ਗਈ। ਸਕੱਤਰ ਦੀ ਜ਼ਿੰਮੇਵਾਰੀ ਭਾਈ ਨੌਰੰਗ ਸਿੰਘ ਜੀ ਨੂੰ ਮਿਲੀ ਤੇ ਚੀਫ ਸਕੱਤਰ ਭਾਈ ਗੁਰਮੁਖ ਸਿੰਘ ਨੇ ਇਸ ਦੀਵਾਨ ਦੀ ਫਿਰ ਨਿਜ਼ਮਾਵਲੀ, ਰੂਲਸ ਐਂਡ ਰੈਗੂਲੇਸ਼ਨ ਅਸੀਂ ਕਹਿ ਦਿੰਦੇ ਆ, ਉਹ ਤਿਆਰ ਕੀਤੇ। ਇਸ ਤਰ੍ਹਾਂ ਦੀਵਾਨ ਦੋਹਾਂ ਤਰ੍ਹਾਂ ਦੀ ਏਕਤਾ ਦਾ ਵੀ ਇਹ ਵਿੱਚ ਇਹ ਕਹਿ ਲਈਏ ਵੀ ਦੀਵਾਨ ਦੇ ਨਾਲ ਏਕਤਾ ਦੀ ਗੱਲ ਵੀ ਜਿਹੜੀ ਸੀ ਆਪਸ ਚੱਲ ਪਈ, ਪਰ ਇਹ ਮਿਲਾਪ ਬਹੁਤੇ ਦਿਨ ਨਾ ਨਿਭ ਸਕਿਆ। ਫੁੱਟ ਦਾ ਬੀਜ ਜਿਹੜਾ ਸੀ ਬੀਜਿਆ ਹੋਇਆ ਉਹ ਪ੍ਰਫੁੱਲਤ ਹੁੰਦਾ ਹੀ ਗਿਆ। ਉਹਦੇ ਕਾਰਨ ਕੀ ਸਨ? ਸਿੰਘ ਸਭਾ ਲਾਹੌਰ ਜਿੰਨੀ ਅਗਾਂਹ ਵਧੂ ਖਿਆਲਾਂ ਦੀ ਸੀ, ਸਿੰਘ ਸਭਾ ਅੰਮ੍ਰਿਤਸਰ ਉਨੇ ਹੀ ਪਿਛਾਂਹ ਖਿੱਚੂ ਖਿਆਲਾਂ ਦੀ ਸੀ। ਦੋਨਾਂ ਦੀ ਸੋਚ ਦੇ ਵਿੱਚ ਫਰਕ ਕੀ ਸੀ? ਥੋੜਾ ਜਿਹਾ ਸਾਨੂੰ ਕਾਰਨਾਂ ਦਾ ਪਤਾ ਹੋਣਾ ਚਾਹੀਦਾ ਹੈ। ਸਿੰਘ ਸਭਾ ਲਾਹੌਰ ਕੱਟੜ ਸਿੱਖੀ ਪ੍ਰਧਾਨ ਸੀ ਤੇ ਸਿੰਘ ਸਭਾ ਅੰਮ੍ਰਿਤਸਰ ਸਨਾਤਨੀ ਮਰਿਆਦਾ ਦੀ ਨਾਲ ਨਾਲ ਗਵਾਹੀ ਭਰਦੀ ਸੀ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਦੇਹਧਾਰੀ ਬਾਬੇ ਸ਼ਾਮਲ ਸਨ। ਦੂਜਾ ਸੀ ਜਨਰਲ ਸਭਾ ਖਾਲਸਾ ਦੀਵਾਨ ਜਿਹੜਾ ਸੀ, ਉਹਦੇ ਬਹੁਤ ਸਾਰੇ ਮੈਂਬਰ ਉਹਦੇ ਵਿੱਚ ਅੰਮ੍ਰਿਤਸਰੀ ਧੜੇ ਦੇ ਹੀ ਸਨ, ਜਿਹੜਾ ਖਾਲਸਾ ਦੀਵਾਨ ਬਣਿਆ। ਤੀਜਾ ਸੀ ਬਾਬਾ ਖੇਮ ਸਿੰਘ ਬੇਦੀ ਤੇ ਹੋਰ ਸੱਜਣ ਜੋ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਮੋਢੀ ਸਨ, ਗੁਰੂ ਅੰਸ਼ ਹੋਣ ਕਰਕੇ, ਸੋ ਬੇਦੀ ਹੋਣ ਕਰਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਸਨ ਤੇ ਲੋਕਾਂ ਦੇ ਕੋਲੋਂ ਪੈਰ ਪਜਾਉਂਦੇ ਸਨ। ਮੇਰੇ ਹੈਰਾਨੀ ਦੀ ਗੱਲ ਇਹ ਹੈ ਵੀ ਇਹ ਕੇਵਲ ਉਦੋਂ ਦੀ ਗੱਲ ਨਹੀਂ ਹੈ, ਇਹ ਆਜ਼ਾਦੀ ਤੋਂ ਬਾਅਦ ਤੱਕ ਵੀ ਇਹ ਬੇਦੀਆਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ। ਇਹ
ਜਿਹੜੀਆਂ ਗੱਦੀਆਂ ਸੀ ਚੱਲਦੀਆਂ ਰਹੀਆਂ, ਅੱਜ ਵੀ ਚੱਲਦੀਆਂ ਨੇ। ਇਹ ਗੁਰੂ ਅੰਸ਼ ਹੋਣ ਕਰਕੇ ਆਪਣੇ ਆਪ ਦੇ ਮੱਥੇ ਵੀ ਟਿਕਾਉਂਦੇ ਨੇ। ਤੇ ਇਹ ਹੈਰਾਨੀ ਦੀ ਗੱਲ ਇਹ ਹੈ ਵੀ ਗੁਰੂਵੰਸ਼ ਬਾਬਾ ਸ੍ਰੀ ਚੰਦ ਦਾ ਬਾਗੀ ਹੋਏ, ਜਾ ਕੇ ਬਾਅਦ ਵਿੱਚ ਫਿਰ ਦੁਬਾਰਾ ਸਿੱਖੀ ਵਿੱਚ ਸ਼ਾਮਲ ਹੋਏ। ਗੁਰੂਵੰਸ਼ ਤਾਂ ਉਹਨਾਂ ਦੇ ਹੈ ਕੋਈ ਨਹੀਂ। ਇਹ ਪਤਾ ਨਹੀਂ ਕਿੱਥੋਂ ਗੁਰੂਵੰਸ਼ ਦਾ ਨਾਮ ਲੈ ਕੇ ਪੈਦਾ ਪ੍ਰਗਟ ਹੋ ਗਏ ਵੀ ਜਿਹੜੇ ਬੇਦੀ ਉਹ ਗੁਰੂਵੰਸ਼ ਵਿੱਚ ਨੇ, ਤੇ ਇਹਨਾਂ ਨੇ ਉਹ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਤੇ ਕਰਾਉਂਦੇ ਵੀ ਸਨ। ਪੂਜਾ ਦਾ ਧਾਨ ਵੀ ਖਾਂਦੇ ਸਨ, ਕਿਉਂਕਿ ਮੈਂ ਆਪਣੀ ਅੱਖਾਂ ਨਾਲ ਇਹ ਗੱਲ ਦੇਖੀ ਹੈ। ਬਹੁਤ ਸਾਰੇ ਬੇਦੀ ਬਾਬੇ ਜਿਹੜਿਆਂ ਨੇ ਉਹ ਸਾਡੇ ਪਰਿਵਾਰਾਂ ਦੇ ਵਿੱਚ ਵੀ ਵਿਚਰਦੇ ਰਹੇ ਨੇ। ਪਹਿਲਾਂ ਆ ਕੇ ਆਜ਼ਾਦੀ ਤੋਂ ਬਾਅਦ ਵੀ ਪਹਿਲਾਂ ਪਾਕਿਸਤਾਨ 'ਚ ਆਉਂਦੇ ਰਹੇ, ਇਹ ਸਾਲ ਬਾਅਦ 2 ਸਾਲਾਂ ਬਾਅਦ 6 ਮਹੀਨਿਆਂ ਬਾਅਦ ਗੇੜੇ ਮਾਰਦੇ ਤਾਂ ਆਪਣੀ ਭੇਟਾ ਲੈ ਕੇ ਚਲੇ ਜਾਂਦੇ ਸੀ ਬੇਦੀ ਬਾਬੇ ਜਿਹੜੇ ਹੁੰਦੇ ਸਨ। ਤਾਂ ਇਹ ਇੱਕ ਮੇਨ ਕਾਰਨ ਸੀ ਵੀ ਜਿਹੜਾ ਅੰਮ੍ਰਿਤਸਰ ਧੜਾ ਸੀ ਉਹਦੇ 'ਚ ਇਹ ਮੋਢੀ ਸਨ ਇਹ ਲੋਕ ਜਿਹੜੇ ਸਨ। ਸਿੰਘ ਸਭਾ ਲਾਹੌਰ ਦੇ ਮੁਕਾਬਲੇ ਤੇ ਅੰਮ੍ਰਿਤਸਰ ਸਿੰਘ ਸਭਾ ਵਿੱਚ ਰਾਜ ਭਗਤੀ ਦਾ ਘਾਟਾ ਵੀ ਸੀ ਵੀ ਉਹ ਸਰਕਾਰ ਨਾਲ ਬਹੁਤਾ ਮੇਲ ਜੋਲ ਨਹੀਂ ਸੀ ਰੱਖਦੇ। ਉਸ ਸਮੇਂ ਅਨੁਸਾਰ ਇੱਕ ਨੁਕਸ ਮੰਨਿਆ ਜਾਂਦਾ ਸੀ ਵੀ ਬਿਨਾਂ ਮੇਲ ਜੋਲ ਤੋਂ ਪ੍ਰਚਾਰ ਪ੍ਰਸਾਰ ਦਾ ਕੰਮ ਨਹੀਂ ਹੋ ਸਕਦਾ। ਤਾਂ ਸਿੰਘ ਸਭਾ ਅੰਮ੍ਰਿਤਸਰ ਜਿਹੜੀ ਸੀ ਇਹ ਬਿਲਕੁਲ ਹੀ ਤਾਲਮੇਲ ਨਹੀਂ ਸੀ ਰੱਖਦੀ। ਸਿੰਘ ਸਭਾ ਲਾਹੌਰ ਦੇ ਮੁਕਾਬਲੇ ਦੇ ਉੱਤੇ ਇਹਨਾਂ ਦੇ ਵਿੱਚ ਇਹ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਇਹ ਵੱਡਾ ਇੱਕ ਨੁਕਸ ਮੰਨਿਆ ਜਾਂਦਾ ਸੀ। ਫਿਰ ਸਿੰਘ ਸਭਾ ਲਹਿਰ ਦੇ ਮੋਢੀ ਭਾਈ ਗੁਰਮਤ ਸਿੰਘ ਜੀ ਨੂੰ ਅੰਮ੍ਰਿਤਸਰੀ ਧੜੇ ਦੇ ਲੋਕ ਜਿਹੜੇ ਸਨ, ਸਭ ਤੋਂ ਵੱਡਾ ਨੁਕਸ ਸੀ ਉਹਨੂੰ ਨੀਵੀਂ ਜਾਤ ਦਾ ਲਾਂਗਰੀ ਦਾ ਪੁੱਤਰ ਕਹਿ ਕੇ ਭੰਡਦੇ ਰਹਿੰਦੇ ਸਨ। ਨੀਵੀਂ ਜਾਤ ਦਾ ਭੰਡ, ਉਹਨੂੰ ਲਾਂਗਰੀ ਦਾ ਪੁੱਤਰ ਆਮ ਤੌਰ ਤੇ ਕਿਹਾ ਜਾਂਦਾ ਸੀ। ਇਹ ਅੰਮ੍ਰਿਤਸਰ ਸਿੰਘ ਜਿਹੜੇ ਸਨ ਸਿੰਘ ਸਭਾ ਲਹਿਰ ਦੇ, ਇਹ ਉਹਨਾਂ ਨਾਮ ਕਹਿ ਕੇ ਵੀ ਚੱਲ ਲਾਂਗਰੀ ਦੇ ਪੁੱਤਰਾ ਇਸ ਤਰ੍ਹਾਂ ਕਹਿ ਕੇ ਗੱਲ ਕਰਦੇ ਸਨ। ਇੱਕ ਵੱਡਾ ਕਾਰਨ ਸੀ। ਇਹ ਵਿਤਕਰੇ ਪਹਿਲਾਂ ਤਾਂ ਅੰਦਰ ਅੰਦਰ ਹੀ ਧੁਖਦੇ ਰਹੇ, ਪਰ 1883 11 ਅਪ੍ਰੈਲ 1883 ਨੂੰ ਖਾਲਸਾ ਦੀਵਾਨ ਦਾ ਪਹਿਲਾ ਇਕੱਠ ਹੋਇਆ ਤੇ ਆਪਣੇ ਆਪ ਇਹ ਵਿਤਕਰੇ ਪ੍ਰਗਟ ਹੋਣੇ ਸ਼ੁਰੂ ਹੋ ਗਏ ਜਦੋਂ ਤੂੰ ਮੈਂ ਦੇ ਉੱਤੇ ਨੌਬਤ ਜਿਹੜੀ ਸੀ ਉਹ ਪੜ ਗਈ। ਭਾਈ ਗੁਰਮੁਖ ਸਿੰਘ ਨੇ ਇੱਕ ਲੰਬਾ ਸਾਰਾ ਉਪਦੇਸ਼ ਦੇ ਕੇ ਬਥੇਰਾ ਸਮਝਾਇਆ ਕਿ ਇਹ ਬੇਇਤਫਾਕੀ ਚੰਗੀ ਨਹੀਂ। ਫੁੱਟ ਕੌਮਾਂ ਨੂੰ ਰਾਖ ਦਾ ਢੇਰ ਬਣਾ ਕੇ ਰੱਖ ਦਿੰਦੀ ਹੈ। ਜਿਹੜੀਆਂ ਆਪਸੀ ਵਿਰੋਧਤਾ ਹੁੰਦੀ ਹੈ ਇਹ ਕੌਮਾਂ ਦਾ ਭਵਿੱਖ ਵੀ ਸਾੜ ਦਿੰਦੀ ਹੈ। ਪਰ ਇਹਨਾਂ ਗੱਲਾਂ ਦਾ ਅਸਰ ਕਹਿੰਦੇ ਨੇ ਜਿਵੇਂ ਥੰਦੇ ਘੜੇ ਦੇ ਉੱਤੇ ਪਾਣੀ ਪਾ ਦਈਏ ਤੇ ਉਹ ਟਿਕਦਾ ਨਹੀਂ, ਬਿਲਕੁਲ ਇਸੇ ਤਰ੍ਹਾਂ ਹੀ ਇਹ ਥੰਦੇ ਘੜੇ ਤੇ ਪਾਣੀ ਪਾਉਣ ਵਾਲਾ ਹੀ ਹੋਇਆ, ਕੁਝ ਅਸਰ ਨਾ ਹੋਇਆ। ਬਾਬਾ ਖੇਮ ਸਿੰਘ ਬੇਦੀ ਨੇ ਬਕਾਇਦਾ ਗੁਰਗੱਦੀ ਲਗਾਈ ਤੇ ਅੰਮ੍ਰਿਤਸਰ ਧੜੇ ਨੇ ਇਸ ਗੱਲ ਦੀ ਪ੍ਰੋੜਤਾ ਹਮਾਇਤ ਵੀ ਕੀਤੀ। ਇਸ ਬੇਨਿਜ਼ਮੀ ਕਾਰਵਾਈ ਦੇ ਬਾਵਜੂਦ ਵੀ ਭਾਈ ਗੁਰਮੁਖ ਸਿੰਘ ਨੇ ਖਾਲਸਾ ਦੀਵਾਨ ਦੇ ਨਿਯਮਾਂ ਦਾ ਖਰੜਾ ਜੋ ਮੋਢੀਆਂ ਦੀ ਆਗਿਆ ਨਾਲ ਬਣਾ ਕੇ ਲਿਆਏ ਸਨ ਉਹ ਪੇਸ਼ ਕਰ ਦਿੱਤਾ। ਹਾਲਾਂਕਿ ਇਹ ਸਿੱਖੀ ਦਾ ਮੂਲ ਸਿਧਾਂਤ ਦੀ ਉਲੰਘਣਾ ਸੀ ਵੀ ਗੱਦੇ ਲਾ ਕੇ ਬਹਿਣਾ। ਔਰ ਇੱਥੋਂ ਤੱਕ ਵੀ ਲਿਖਿਆ ਜਾਂਦਾ ਕਿ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਗੱਦਾ ਲਾ ਕੇ ਬੈਠਦੇ ਹੁੰਦੇ ਸਨ। ਇਤਿਹਾਸ ਵਿੱਚ ਇਹ ਵੀ ਗੱਲਾਂ ਆਉਂਦੀਆਂ। ਫਿਰ ਉਹ ਗੱਦਾ ਸਿੰਘ ਸਭਾ ਨੇ ਚੁੱਕ ਕੇ ਸਰੋਵਰ ਦੇ ਵਿੱਚ ਸੁੱਟਿਆ ਸੀ, ਉਹਦਾ ਜ਼ਿਕਰ ਵੀ ਆਉਂਦਾ ਹੈ। ਪਰ ਫਿਰ ਵੀ ਕੌੜਾ ਘੁੱਟ ਭਰਦਿਆਂ ਹੋਇਆ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਸਰ ਗੁਰਮੁਖ ਸਿੰਘ ਜੀ ਨੇ ਸਬਰ ਦਾ ਪਿਆਲਾ ਜਿਹੜਾ ਸੀ ਉਹ ਭਰ ਕੇ ਰੱਖਿਆ। ਇਸ ਕਰਕੇ ਵੀ ਕੌਮ ਦੇ ਨੂੰ ਇਸ ਵੇਲੇ ਲੋੜ ਹੈ ਹੋਰ ਤਰੱਕੀ ਕਰਨ ਦੀ, ਤੇ ਉਹਨਾਂ ਨੇ ਫਿਰ ਵੀ ਜਿਹੜਾ ਨਿਯਮਾਵਲੀ ਬਣਾ ਕੇ ਲਿਆਏ ਸਨ ਉਹ ਖਰੜਾ ਉਹਨਾਂ ਨੇ ਪੇਸ਼ ਕਰ ਦਿੱਤਾ। ਇਸ ਖਰੜੇ 'ਚ ਲਿਖਿਆ ਕੀ ਸੀ ਕਿ ਖਾਲਸਾ ਦੀਵਾਨ ਦਾ ਸਕੱਤਰ ਉਹੋ ਹੀ ਆਦਮੀ ਬਣ ਸਕੇਗਾ ਜੋ ਇੰਗਲਿਸ਼ ਵੀ ਜਾਣਦਾ ਹੋਵੇ, ਅੰਗਰੇਜ਼ੀ ਭਾਸ਼ਾ ਦਾ ਵੀ ਜਿਸਨੂੰ ਗਿਆਨ ਹੋਵੇ। ਇਸ ਗੱਲੋਂ ਅੰਮ੍ਰਿਤਸਰੀ ਧੜੇ ਨੇ ਫਿਰ ਵਿਰੋਧਤਾ ਕੀਤੀ ਕਿ ਭਾਈ ਗੁਰਮੁਖ ਸਿੰਘ ਕਿਉਂਕਿ ਪੜ੍ਹੇ ਹੋਏ ਨੇ, ਇੰਗਲਿਸ਼ ਜਾਣਦੇ ਨੇ, ਇਹ ਸਕੱਤਰੀ ਦਾ ਭੁੱਖਾ ਹੈ, ਇਹ ਕਹਿ ਕੇ ਉਹਨੂੰ ਭੰਡਿਆ ਅੰਮ੍ਰਿਤਸਰ ਧੜੀ ਨੇ। ਹੁਣ ਚੰਗੀ ਗੱਲ ਨੂੰ ਵੀ ਜਦੋਂ ਮਾੜਾ ਕਹਿਣਾ ਹੋਵੇ ਨਾ ਤੇ ਫਿਰ ਇਹੋ ਜਿਹੀਆਂ ਗੱਲਾਂ ਹੀ ਲੱਭੀਆਂ ਜਾਂਦੇ ਨੇ। ਆਟਾ ਗੁੰਦੀ ਹਿਲਦੀ ਕਿਉਂ ਵਾਲਾ ਜਿਹੜਾ ਕਹਾਵਤ ਹੈ ਉਹ ਲਾਗੂ ਕੀਤੀ ਜਾਂਦੀ ਹੈ। ਤੋ ਇਸ ਲਾਹੌਰ ਜਿਹੜੇ ਅੰਮ੍ਰਿਤਸਰੀ ਧੜਾ ਸੀ ਇਹਨੇ ਕਿਹਾ ਨਹੀਂ ਇਹ ਸਕੱਤਰੀ ਦਾ ਭੁੱਖਾ। ਗੁਰਮੁਖ ਸਿੰਘ ਨੇ ਤਾਂ ਸ਼ਰਤ ਲਾ ਦਿੱਤੀ ਹੈ ਵੀ ਇਹਨੂੰ ਇੰਗਲਿਸ਼ ਆਉਂਦੀ ਹੈ, ਇਸ ਵਾਸਤੇ
ਇਸ ਉਹਨੂੰ ਫਿਰ ਜਿਹੜਾ ਕਹਿੰਦੇ ਉਪਾਧੀ ਦਿੱਤੀ ਗਈ, ਉਹ ਸਕੱਤਰੀ ਦੇ ਭੁੱਖੇ ਦੀ ਦਿੱਤੀ ਗਈ ਗੁਰਮੁਖ ਸਿੰਘ ਜੀ ਨੂੰ, ਕਿਉਂਕਿ ਦੀਵਾਨ ਦੇ ਮੋਢੀਆਂ ਵਿੱਚ ਉਸ ਸਮੇਂ ਅੰਗਰੇਜ਼ੀ ਇਹਨਾਂ ਵਰਗਾ ਪੜ੍ਹਿਆ ਤਜਰਬੇਕਾਰ ਜਿਹੜਾ ਬੰਦਾ ਕੋਈ ਹੈ ਹੀ ਨਹੀਂ ਸੀ, ਨਾ ਹੀ ਕੋਈ ਦੂਰਦੇਸ਼ੀ ਸੀ ਇਹਨਾਂ ਦੇ ਵਿੱਚ ਉਸ ਵੇਲੇ। ਤਾਂ ਇਹ ਗੱਲ ਕਹਿ ਲਈਏ, ਦੂਰਦੇਸ਼ੀ ਨਾਲ ਇਹੋ ਗੱਲ ਸੋਚ ਕੇ ਸਾਰਿਆਂ ਨੇ ਇਹ ਨਿਯਮਾਵਲੀ ਰੱਦ ਕਰ ਦਿੱਤੀ, ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤੀ। ਖਾਲਸਾ ਦੀਵਾਨ ਦੀ ਨਿਯਮਾਵਲੀ ਬਣਾਈ ਗਈ। ਭਾਈ ਗੁਰਮੁਖ ਸਿੰਘ ਨੇ ਜੋਸ਼ ਜਾ ਕੇ ਬਾਬਾ ਖੇਮ ਸਿੰਘ ਬੇਦੀ ਦਾ ਗਧੇਲਾ ਦੀਵਾਨ ਵਿੱਚੋਂ ਚੁੱਕ ਦਿੱਤਾ, ਪਰ ਇਹ ਗੱਲ ਕਈ ਵਾਰੀ ਮਨ 'ਚ ਲੱਗਦੀ ਨਹੀਂ ਹੈ ਵੀ ਇਸ ਤਰ੍ਹਾਂ ਹੋ ਸਕਦਾ ਹੈ ਦੀਵਾਨ ਦੇ ਵਿੱਚੋਂ, ਪਰ ਕੁਝ ਰਾਈਟਰਾਂ ਨੇ ਏਦਾਂ ਲਿਖਿਆ ਹੈ। ਭਾਈ ਗੁਰਮੁਖ ਸਿੰਘ ਜੀ ਮੱਲੋ ਮੱਲੀ ਗੱਲ ਪੈਣ ਵਾਲੇ ਵਿਅਕਤੀ ਹੈ ਨਹੀਂ ਸਨ, ਪਰ ਇਹ ਕੁਝ ਵਿਦਵਾਨਾਂ ਨੇ ਲਿਖਿਆ ਹੈ ਵੀ ਇਹਨਾਂ ਦਾ ਗਧੇਲਾ ਚੁੱਕ ਕੇ ਜਿਹੜਾ ਸੀ ਸੁੱਟ ਦਿੱਤਾ। ਉਹਨਾਂ ਦੀ ਨਿਯਮਾਵਲੀ ਨੂੰ ਨਾ ਮਨਜ਼ੂਰ ਕਰਨ ਪਿੱਛੋਂ ਅੰਮ੍ਰਿਤਸਰ ਧੜੇ ਨੇ ਖਾਲਸਾ ਦੀਵਾਨ ਦੀ ਇੱਕ ਵੱਖਰੀ ਨਿਯਮ ਜਿਹੜੇ ਸੀ ਉਹ ਬਣਾ ਦਿੱਤੇ, ਜਿਸ ਵਿੱਚ ਦੀਵਾਨ ਦੇ ਕੁਝ ਹਿੱਸਿਆਂ ਵਿੱਚ ਵੰਡਿਆ ਗਿਆ ਖਾਲਸਾ ਦੀਵਾਨ ਨੂੰ। ਇੱਕ ਸਮਾਨ ਖੰਡ ਖਾਲਸਾ ਦੀਵਾਨ, ਜਿਹਦਾ ਨਾਮ ਸੀ ਗਰੀਬ ਸਭਾ। ਦੂਜਾ ਸੀ ਮਹਾਨ ਜਾਂ ਸ੍ਰੇਸ਼ਟ ਖੰਡ ਖਾਲਸਾ ਦੀਵਾਨ, ਇਹਦਾ ਸੀ ਅਮੀਰ ਸਭਾ। ਤੀਜਾ ਸੀ ਵਿਵੇਕ ਸਭਾ ਤੇ ਚੌਥਾ ਸੀ ਪ੍ਰਬੰਧਕੀ ਸਭਾ। ਇਹ ਚਾਰ ਜਿਹੜੇ ਇਹ ਵੰਡੇ ਗਏ ਹਿੱਸਿਆਂ ਦੇ ਵਿੱਚ ਜਿਹੜੇ ਸੀ ਵੰਡੇ ਗਏ। ਇਸ ਤੋਂ ਅੱਗੇ ਫਿਰ ਪੰਜਵਾਂ ਉਹਨਾਂ ਨੇ ਰੱਖਿਆ ਮਹਾਨ ਸਭਾ, ਛੇਵਾਂ ਰੱਖਿਆ ਗਵਰਨਮੈਂਟ ਤੇ ਰਿਆਸਤਾਂ ਦੀ ਸਭਾ। ਇਸ ਤੋਂ ਇਲਾਵਾ ਦੀਵਾਨ ਦੇ ਮੁਖੀਆਂ ਦੀ ਚੋਣ ਦੀ ਜਿਹੜੀ ਸੀ ਉਹ ਇਸ ਤਰ੍ਹਾਂ ਕਰਨ ਦਾ ਨਿਯਤ ਕੀਤਾ ਗਿਆ। ਪ੍ਰੈਜ਼ੀਡੈਂਟ, ਪ੍ਰਧਾਨ ਦਰਬਾਰ ਸਾਹਿਬ ਤੇ ਸਰਬਰਾਹ ਹੋਣਗੇ। ਵਾਈਸ ਪ੍ਰੈਜ਼ੀਡੈਂਟ, ਮੀਰ ਪ੍ਰਧਾਨ ਅਕਾਲ ਬੁੰਗੇ ਦੇ ਮੁਖੀ ਸਿੰਘਾਂ 'ਚ ਹੋਣਗੇ। ਉਦੋਂ ਅਕਾਲ ਤਖਤ ਨਹੀਂ ਸੀ ਕਿਹਾ ਜਾਂਦਾ, ਅਕਾਲ ਬੁੰਗਾ ਹੀ ਕਿਹਾ ਜਾਂਦਾ ਸੀ। ਔਰ ਇਹ ਬੁੰਗਾ ਹੀ ਲਫ਼ਜ਼ ਜਿਹੜਾ ਹੈ ਇਤਿਹਾਸ ਵਿੱਚੋਂ ਮਿਲਦਾ ਹੈ। ਜਿਹੜੇ ਬੁੰਗਿਆਂ ਦਾ ਜ਼ਿਕਰ ਅਸੀਂ ਪਿੱਛੇ ਵੀਰ ਤੇਜਿੰਦਰ ਸਿੰਘ ਜੀ ਪਾਸੋਂ ਸੁਣਿਆ, ਉਸ ਵਿੱਚ ਅਕਾਲ ਬੁੰਗਾ ਵੀ ਇੱਕ ਬੁੰਗਾ ਹੈ, ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਸੀ। ਇਹਦਾ ਨਾਮ ਤੋਂ ਪਹਿਲਾਂ ਅਕਾਲ ਬੁੰਗਾ ਹੀ ਰੱਖਿਆ ਗਿਆ ਸੀ, ਬਾਅਦ ਵਿੱਚ ਇਹਦਾ ਨਾਮ ਤਖਤ ਜਿਹੜਾ ਸੀ ਅਕਾਲ ਤਖਤ ਬਣ ਗਿਆ। ਫਿਰ ਚੀਫ ਸਕੱਤਰ ਕੋਈ ਲਾਇਕ ਜਿਹੜਾ ਹੋਏਗਾ, ਜਿਹੜਾ ਵਿਦਵਤਾ ਦੇ ਵਿੱਚ ਵਿਦਵਾਨ ਹੋਏਗਾ, ਜੋ ਖਾਨਦਾਨੀ ਕੁਰਸੀ ਨਸ਼ੀਨਾਂ ਵਿੱਚੋਂ ਹੀ ਹੋਏਗਾ, ਪਰ ਹੋਏਗਾ ਖਾਨਦਾਨੀ ਕੁਰਸੀ ਨੇ ਅਮੀਰਾਂ ਦੇ ਵਿੱਚੋਂ ਹੀ। ਅੱਗੇ ਚੱਲ ਕੇ ਹੋਰ ਇਹਦੇ ਨਿਯਮ ਜਿਹੜੇ 71 ਤੇ 73 ਦੇ ਅਨੁਸਾਰ ਗੁਰੂ ਅੰਸ਼ ਦਾ ਸਨਮਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਗਦੇਲੇ ਲਾ ਕੇ ਬੈਠਣ ਦੀ ਪ੍ਰੋੜਤਾ ਲਾਜ਼ਮੀ ਸਮਝ ਕੇ ਕੀਤੀ ਗਈ। ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਉਹ ਇਹ ਸੀ, ਜਿਹੜੇ ਨਿਯਮ ਬਣਾਏ ਖਾਲਸਾ ਦੀਵਾਨ ਦੇ, ਵੀ ਇਹਦੇ 'ਚ ਗੁਰੂ ਅੰਸ਼ ਦੇ ਜਿਹੜੇ ਬੰਦੇ ਉਹਨਾਂ ਦਾ ਸਨਮਾਨ ਕਰੋ ਤੇ ਇਹਨਾਂ ਦੇ ਗਦੇਲੇ ਲਾਉਣ ਨੂੰ ਪ੍ਰਵਾਨਗੀ ਦਿਓ। ਇਸ ਤੋਂ ਬਿਨਾਂ ਜਿਹੜੇ ਖਾਲਸਾ ਦੀਵਾਨ ਦੇ ਹੋਰ ਅਧੀਨ ਸਭਾਵਾਂ ਸਨ, ਉਹਦੇ ਵਿੱਚ ਨਾਂ ਰੱਖੇ ਗਏ ਸ੍ਰੀ ਗੁਰੂ ਸਿੰਘ ਸਭਾ। ਇੱਥੋਂ ਆ ਕੇ ਸ੍ਰੀ ਗੁਰੂ ਸਿੰਘ ਸਭਾ ਸ਼ੁਰੂ ਹੁੰਦੀ ਹੈ। ਪਹਿਲਾਂ ਸਿੰਘ ਸਭਾ ਜਿਹੜੀ ਹੈ ਉਹ ਗੁਰੂ ਸਿੰਘ ਸਭਾ ਨਾਮ ਜਿਹੜਾ ਹੈ ਆਉਂਦਾ ਹੈ। ਫਿਰ ਸ੍ਰੀ ਗੁਰੂ ਸਿੱਖ ਸਭਾ, ਸ੍ਰੀ ਗੁਰੂ ਗੁਰਸਿੱਖ ਸਿੰਘ ਸਭਾ, ਸ੍ਰੀ ਗੁਰੂ ਸਿੱਖ ਸਭਾ, ਫਿਰ ਸ੍ਰੀ ਗੁਰੂ ਨਾਨਕ ਪੰਥ ਪ੍ਰਕਾਸ਼ ਸਭਾ। ਇਹ ਜਿਹੜੇ ਨਾਮ ਸਨ ਇਹ ਸਭਾਵਾਂ ਦੇ ਅੱਗੇ ਰੱਖੇ ਗਏ। ਤੋ ਇਹਨਾਂ ਨਿਯਮਾਂ ਦੇ ਵਿੱਚ ਇੱਕ ਹੋਰ ਵੀ ਸ਼ਰਤ ਸੀ, ਜਿਹਦੇ ਅਨੁਸਾਰ ਜਿਹੜੀ ਗਰੀਬ ਖਾਲਸਾ ਦੀਵਾਨ ਦੀ ਕਾਰਵਾਈ, ਜਿਹਨੂੰ ਸਮਾਨ ਖੰਡ ਅਸੀਂ ਕਹਿੰਦੇ ਆ, ਮਹਾਨ ਅਥਵਾ ਜਿਹਨੂੰ ਸ੍ਰੇਸ਼ਟ ਖੰਡ ਅਮੀਰਾਂ ਦੀ ਸਭਾ ਸੀ, ਉਹਨੂੰ ਖਾਲਸਾ ਦੀਵਾਨ ਰੱਦ ਕਰ ਸਕਦਾ ਹੈ। ਆਓ ਇਹ ਸਭਾ ਨੂੰ ਸਿੰਘ ਸਭਾ ਅੰਮ੍ਰਿਤਸਰ ਨੂੰ ਜਾਂ ਖਾਲਸਾ ਦੀਵਾਨ ਨੂੰ ਅਮੀਰਾਂ ਦਾ ਦੀਵਾਨ ਜਿਹੜਾ ਸੀ ਉਹ ਬਣਾ ਦਿੱਤਾ ਗਿਆ। ਜਿਹੜਾ ਇਹਦਾ ਨੁਕਸਾਨ ਹੋਇਆ, ਇਹਦਾ ਮਤਲਬ ਸਿੱਧਾ ਸੀ ਕਿ ਸਾਰੀ ਪੰਥਕ ਤਾਕਤ ਜਿਹੜੀ ਸੀ ਉਹ ਖੇਮ ਸਿੰਘ ਬੇਦੀ ਦੇ ਧੜੇ ਦੇ ਹੱਥਾਂ ਦੇ ਵਿੱਚ ਦੇ ਦਿੱਤੀ ਗਈ, ਤੇ ਹੋਰ ਕੋਈ ਤਾਕਤ, ਹੋਰ ਕੋਈ ਮੁਕਾਬਲੇ ਉਹਦੇ ਖੜਾ ਹੀ ਨਾ ਹੋ ਸਕੇ। ਇਹਦਾ ਮਤਲਬ ਇੱਥੋਂ ਗੱਲ ਸਾਹਿਬ ਜੀ ਨਜ਼ਰ ਇਹ ਆਉਂਦੀ ਹੈ ਕਿ ਖੇਮ ਸਿੰਘ ਬੇਦੀ ਨੂੰ ਤਾਕਤ ਜਿਹੜੀ ਦੇ ਦਿੱਤੀ ਗਈ। ਸਮਾਨ ਖੰਡ, ਮਹਾਨ ਖੰਡ, ਗਰੀਬ ਅਮੀਰ ਦੇ ਝਗੜੇ 'ਚ ਪੈ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਸਾਰੇ ਸਿੰਘਾਂ ਦਾ, ਸਿੱਖਾਂ ਦਾ ਫਿਰ ਸਾਂਝਾ ਨਾ ਰਿਹਾ। ਇਹ ਇੱਕ ਪੱਖੀ ਅਮੀਰਾਂ ਦਾ ਦੀਵਾਨ ਬਣ ਕੇ ਹੀ ਫਿਰ ਰਹਿ ਗਿਆ। ਤਾਂ ਭਾਈ ਗੁਰਮੁਖ ਸਿੰਘ ਜੀ ਨੇ ਇਹ ਸਾਪਾ ਧਾਪਾ ਤੋਂ ਇਸ ਤੰਗ ਆ ਕੇ
1883 ਜੂਨ ਦੀ 16 ਤਰੀਕ ਨੂੰ ਗੁਰਮੁਖੀ ਅਖਬਾਰ ਵਿੱਚ ਫੁੱਟ ਦੇ ਸਿਰਲੇਖ ਹੇਠ ਇੱਕ ਲੇਖ ਛਾਪਿਆ। ਫੁੱਟ ਦੇ ਸਿਰਲੇਖ ਦੇ ਵਿੱਚ ਇੱਕ ਫੁੱਟ ਲਿਖਿਆ, ਉਹਦਾ ਸਿਰਲੇਖ ਹੈਡਿੰਗ ਸੀ ਫੁੱਟ। ਉਹਦੇ 'ਚ ਕੁਝ ਸ਼ਬਦ ਜਿਹੜੇ ਹਨ ਜਿਹਨਾਂ ਦਾ ਸਿਰਫ ਦੋ ਚਾਰ ਲਾਈਨਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਮਾਝੇ ਦੀ ਫੁੱਟ ਮਸ਼ਹੂਰ ਹੈ, ਫੁੱਟ ਦਾ ਕੰਮ ਜੁਦਾ ਜੁਦਾ ਕਰਨ ਦਾ ਹੁੰਦਾ ਹੈ। ਜੋ ਲੋਕ ਆਪਣੀ ਮਾਨ ਪ੍ਰਤਿਸ਼ਠਾ ਚਾਹੁੰਦੇ ਹਨ, ਉਹ ਚਾਹੇ ਇੱਲ ਦਾ ਨਾਮ ਕੁੱਕੜ ਨੂੰ ਵੀ ਨਾ ਜਾਣਦੇ ਹੋਣ, ਉਹ ਬੇਇਤਫਾਕੀ ਦੀ ਜੜ ਹੁੰਦੇ ਹਨ। ਆਪਣਾ ਸਿਰ ਜੁਦਾ ਕੱਢ ਕੇ ਦੱਸਦੇ ਹਨ ਤੇ ਦੂਸਰਿਆਂ ਨਾਲ ਬਰਾਬਰ ਹੋ ਕੇ ਰਹਿਣਾ ਨਹੀਂ ਚਾਹੁੰਦੇ। ਐਸੀ ਬੇਇਤਫਾਕੀ ਨੇ ਸਾਡੇ ਲੋਕਾਂ ਦਾ ਨਾਸ਼ ਕੀਤਾ ਹੈ। ਤਾਂ ਇਹ ਉਹਨਾਂ ਦੇ ਜਿਹੜਾ ਸੀ ਲਫ਼ਜ਼ ਸਨ, ਜਿਹੜੇ ਉਹਨਾਂ ਨੇ ਫੁੱਟ ਦੇ ਸਿਰਲੇਖ ਹੇਠ ਇਹ ਲੇਖ ਜਿਹੜਾ ਸੀ ਉਸ ਵੇਲੇ ਲਿਖਿਆ। ਤੋਂ ਅੱਗੇ ਹੈ ਫਿਰ 3 ਧੜੇ ਬਣਦੇ ਨੇ ਤੇ ਇਹ ਜਿਹਨਾਂ ਦਾ ਥੋੜਾ ਬਹੁਤਾ ਜ਼ਿਕਰ ਹੈ ਸੀ, ਲਾਹੌਰੀ ਧੜਾ, ਗਰਮ ਖਿਆਲੀਏ ਧੜਾ। ਇਸ ਤਰ੍ਹਾਂ ਇੱਕ ਲਹਿਰ ਜਿਹੜੀ ਹੈ ਉਹ 3 ਧੜਿਆਂ ਵਿੱਚ ਵੰਡੀ ਜਾਂਦੀ ਹੈ, ਜਿਹਦਾ ਵਿਚਾਰ ਅਸੀਂ ਅਗਲੀਆਂ ਕਲਾਸਾਂ ਦੇ ਵਿੱਚ ਕਰਦੇ ਰਹਾਂਗੇ। ਅੱਜ ਅਸੀਂ ਇੱਥੇ ਹੀ ਸਮਾਪਤੀ ਕਰ ਰਹੇ ਹਾਂ। ਸਿੰਘ ਸਭਾ ਲਹਿਰ ਦਾ ਜਿਹੜਾ ਅੱਗੇ ਜ਼ਿਕਰ ਆਏਗਾ ਨੇ ਕੀ ਕੰਮ ਕੀਤੇ, ਕਿੰਨਾ ਕੁ ਸਿੰਘ ਸਭਾ ਲਹਿਰ ਨੇ ਪ੍ਰਚਾਰ ਪ੍ਰਸਾਰ ਦਾ ਕੰਮ ਕੀਤਾ, ਕਿਹੜੇ ਮੁਸ਼ਕਿਲਾਂ 'ਚੋਂ ਨਿਕਲਦੀ ਰਹੀ, ਇਹ ਸਾਰਾ ਇਤਿਹਾਸ ਹੈ ਜਿਹਨੂੰ ਜਾਣਨ ਦੀ ਲੋੜ ਪੈਂਦੀ ਹੈ। ਮਾੜੀਆਂ ਗੱਲਾਂ ਵੀ ਇਸ ਕਰਕੇ ਦੱਸੀਆਂ ਜਾਂਦੀਆਂ ਹਨ ਕਿ ਅਸੀਂ ਚੰਗੀਆਂ ਗੱਲਾਂ ਕਰਨ ਦਾ ਤਹਈਆ ਕਰੀਏ। ਮਾੜੀਆਂ ਗੱਲਾਂ ਦਾ ਮਤਲਬ ਇਹ ਨਹੀਂ ਵੀ ਫੁੱਟ ਦੀ ਗੱਲ ਕਿਉਂ ਕੀਤੀ ਗਈ, ਇਹ ਦੱਸਣਾ ਚਾਹੀਦਾ ਵੀ ਕੌਮਾਂ ਦਾ ਨੁਕਸਾਨ ਕਿੰਨਾ ਹੁੰਦਾ ਫੁੱਟ ਦੇ ਨਾਲ। ਇਸ ਵਾਸਤੇ ਏਕਤਾ ਦੀ ਗੱਲ ਜਿਹੜੀ ਹੈ, ਆਪੋ 'ਚ ਵਿਰੋਧੀ ਵਿਚਾਰ ਹੁੰਦਿਆਂ ਹੋਇਆਂ ਵੀ ਗੁਰੂ ਦੇ ਵਿਚਾਰਾਂ ਦੇ ਨਾਲ ਆਪਣੇ ਆਪ ਨੂੰ ਪਰੋ ਕੇ ਰੱਖਣਾ, ਇਹ ਸਿੱਖੀ ਦਾ ਅਸੂਲ ਹੈ। ਗੁਰੂ ਕਿਰਪਾ ਕਰੇ ਅਸੀਂ ਸਾਰੇ ਇਸ ਪਾਸੇ ਵੱਲ ਕਦਮ ਅੱਗੇ ਵਧਾਉਂਦੇ ਜਾਈਏ, ਤਦ ਕਿ ਇਹ ਬੋਲਬਾਲਾ ਸੰਸਾਰ ਤੱਕ ਫੈਲ ਸਕੇ। ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।